ਅੱਜ ਆਪਾਂ ਸਟਾਰਟ ਕਰ ਰਹੇ ਹਾਂ +1 ਦੀ ਅਕਾਊਂਟੈਂਸੀ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਇੰਟਰੋਡਕਸ਼ਨ ਟੂ ਅਕਾਊਂਟਿੰਗ। ਅਕਾਊਂਟਿੰਗ ਕੀ ਹੈ? ਕੋਈ ਸਿਸਟਮੈਟਿਕ ਪ੍ਰੋਸੈਸ ਹੈ ਵੀ ਆਪਾਂ ਜਿਹੜੀਆਂ ਐਂਟਰੀਜ਼ ਨੇ ਉਹਨਾਂ ਨੂੰ ਰਿਕਾਰਡ ਕਿਵੇਂ ਕਰਨਾ, ਕਿ ਉਹਨਾਂ ਨੂੰ ਕਲਾਸੀਫਾਈ ਕਿਵੇਂ ਕਰਨਾ, ਉਹਨਾਂ ਨੂੰ ਸਮਰਾਈਜ਼ਿੰਗ ਕਿਵੇਂ ਕਰਨਾ, ਐਨਾਲਾਈਜ਼ਿੰਗ ਕਿਵੇਂ ਕਰਨਾ ਤੇ ਇੰਟਰਪ੍ਰੀਟਿੰਗ ਕਿਵੇਂ ਕਰਨਾ, ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਤੇ ਕਮਿਊਨੀਕੇਸ਼ਨ ਦਾ ਰਿਜ਼ਲਟਸ ਹੈ ਉਹਦਾ ਕਿਸ ਤਰ੍ਹਾਂ ਕਰਨਾ। ਜਿਹੜੇ ਯੂਜ਼ਰਸ ਨੇ ਅਕਾਊਂਟਿੰਗ ਇਨਫੋਰਮੇਸ਼ਨ ਦੇ ਉਹ ਕੀ ਕਰਦੇ ਆ, ਇਨਕਲੂਡ ਜਿਹਦੇ ਵਿੱਚ ਓਨਰਸ ਵੀ ਹੁੰਦੇ ਆ, ਕ੍ਰੈਡੀਟਰਸ ਵੀ ਹੁੰਦੇ ਆ, ਬੈਂਕ ਵੀ ਨੇ ਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਵੀ ਨੇ, ਇੰਪਲਾਈ ਵੀ ਨੇ, ਗਵਰਨਮੈਂਟ ਵੀ ਹੈ। ਇਹ ਸਾਰੀ ਕੀ ਇਨਫੋਰਮੇਸ਼ਨ ਦੇਖਦੇ ਆ ਵੀ ਕਿਹੜੇ ਕਿਹੜੇ ਉਹਨਾਂ ਕੋਲ ਰਿਸੋਰਸਿਸ ਅਵੇਲੇਬਲ ਹੈ ਤੇ ਅਵੇਲੇਬਲ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਯੂਜ਼ ਕਰਨਾ, ਉਹ ਤੋਂ ਜਿਹੜੇ ਯੂਜ਼ ਕੀਤੇ ਆ ਸੋਰਸਿਸ ਉਹ ਤੋਂ ਕਿਸ ਤਰ੍ਹਾਂ ਆਪਾਂ ਉਹਨਾਂ ਨੂੰ ਰਿਜ਼ਲਟ ਕੀ ਨਿਕਲਦੇ, ਕੀ ਆਪਾਂ ਨੂੰ ਪ੍ਰੋਫਿਟ ਅਰਨ ਹੋ ਰਿਹਾ ਜਾਂ ਕੀ ਆਪਾਂ ਨੂੰ ਲਾਸ ਇਨਕਰਡ ਹੋ ਰਿਹਾ। ਠੀਕ ਹੈ, ਅਕਾਊਂਟਿੰਗ ਪੀਰੀਅਡ 'ਚ ਆਪਾਂ ਸਾਰੀਆਂ ਦੇਖਣੇ ਨੇ ਆਪਣੇ ਕੋਲ ਐਸੈਟਸ ਕਿੰਨੀਆਂ ਨੇ, ਲਾਇਬਿਲਿਟੀਜ਼ ਕਿੰਨੀਆਂ ਨੇ, ਕੈਪੀਟਲ ਕਿੰਨੀ ਆ। ਠੀਕ ਹੈ, ਸਾਰੀਆਂ ਚੀਜ਼ਾਂ ਦੇਖ ਕੇ ਹੌਲੀ ਹੌਲੀ ਤੁਹਾਨੂੰ ਇਹ ਸਾਰੇ ਸਬਜੈਕਟ ਬਾਰੇ ਪਤਾ ਲੱਗੇਗਾ, ਕਿਉਂਕਿ ਆਪਾਂ ਜਦੋਂ ਹੌਲੀ ਹੌਲੀ ਸਾਰਾ ਲੈਸਨ ਕਰਾਂਗੇ, ਸਾਰੇ ਲੈਸਨ ਉਹ ਤਾਂ ਜਿਹੜੇ ਫਸਟ ਲੈਸਨ ਆ ਉਹਦੇ ਵਿੱਚ ਕਿਵੇਂ ਆਪਾਂ ਰਿਕਾਰਡਿੰਗ ਕਰਨੀ ਆ, ਕਲਾਸੀਫਾਈ ਕਰਨਾ, ਸਮਰੀ ਕਰਨਾ, ਐਨਾਲਾਈਜ਼ ਕਰਨਾ, ਇਹ ਜਦੋਂ ਤੁਸੀਂ ਅਗਲੇ ਲੈਸਨ ਪੜ੍ਹ ਲਓਗੇ ਸਾਰੇ ਬੁੱਕ ਦੇ, ਫਿਰ ਤੁਹਾਨੂੰ ਪਹਿਲੇ ਲੈਸਨ ਦੇ ਵਿੱਚ ਪਤਾ ਲੱਗ ਜੂ ਵੀ ਕਿਵੇਂ ਆਪਾਂ ਰਿਕਾਰਡਿੰਗ ਕਰਦੇ ਹਾਂ, ਕਲਾਸੀਫਾਈ ਕਰਦੇ ਹਾਂ, ਸਮਰੀਜ਼, ਐਨਾਲਾਈਜ਼ ਅਤੇ ਇੰਟਰਪ੍ਰੀਟ, ਫਿਰ ਇਹਦੇ ਚੀਜ਼ ਦਾ ਤੁਹਾਨੂੰ ਪਤਾ ਲੱਗੇਗਾ। ਅਕਾਊਂਟਿੰਗ ਕੀ ਹੈ? ਇੱਕ ਮੀਡੀਅਮ ਆਫ ਕਮਿਊਨੀਕੇਸ਼ਨਸ ਹੈ ਬਿਜ਼ਨਸ ਦੀ ਲੈਂਗੁਏਜ ਦਾ। ਠੀਕ ਹੈ, ਇਹ ਕੋਈ ਅਲੱਗ-ਅਲੱਗ ਡੈਫੀਨੇਸ਼ਨਸ ਨੇ ਜਿਹੜੀ ਅਮਰੀਕਨ ਇੰਸਟੀਟਿਊਸ਼ਨਸ ਹੈ ਸਰਟੀਫਾਈਡ ਦੇ। ਠੀਕ ਹੈ, ਉਹ ਕੀ ਕਹਿੰਦੇ ਆ, ਅਕਾਊਂਟਿੰਗ ਕੀ ਹੈ ਵੀ ਇੱਕ ਅਜਿਹਾ ਆਰਟ ਹੈ ਜਿਹਦੇ ਵਿੱਚ ਆਪਾਂ ਐਂਟਰੀਜ਼ ਨੂੰ ਰਿਕਾਰਡ ਕਰਦੇ ਹਾਂ, ਕਲਾਸੀਫਾਈ ਕਰਦੇ ਹਾਂ, ਉਹਨਾਂ ਦੀ ਸਮਰੀ ਕਰਦੇ ਹਾਂ। ਸਮਰੀ ਪਹਿਲਾਂ ਉਹਨਾਂ ਨੂੰ ਅਲੱਗ-ਅਲੱਗ ਰਿਕਾਰਡ ਕਰਦੇ ਹਾਂ, ਫਿਰ ਉਹਨਾਂ ਨੂੰ ਅਲੱਗ-ਅਲੱਗ ਕਲਾਸੀਫਾਈ ਕਰਦੇ। ਜਿਵੇਂ ਹੁਣ ਰੈਂਟ ਹੈ, ਸਪੋਜ਼ ਕਰੋ ਰੈਂਟ ਦੇ ਜਿੰਨੇ ਆਈਟਮ ਹੋਣਗੀਆਂ ਸਾਰੀਆਂ ਅਲੱਗ ਕੱਢ ਲਾਂਗੇ। ਸੈਲਰੀ ਹੈ, ਸੈਲਰੀ ਦੇ ਜਿੰਨੇ ਆਈਟਮ ਨੇ ਅਲੱਗ, ਉਹਨਾਂ ਨੂੰ ਅਲੱਗ-ਅਲੱਗ ਕਲਾਸੀਫਾਈ ਕਰ ਲਾਂਗੇ ਅਤੇ ਉਸ ਤੋਂ ਬਾਅਦ ਇੱਕ ਸਮਰੀ ਬਣਾ ਲਾਂਗੇ ਸਾਰਿਆਂ ਦੀ ਟੋਟਲ ਕਰਕੇ। ਇਹ ਕੀ ਹੋਣੇ ਚਾਹੀਦੇ ਨੇ? ਇਨ ਟਰਮਸ ਆਫ ਮਨੀ ਹੋਣੇ ਚਾਹੀਦੇ ਨੇ। ਟ੍ਰਾਂਜੈਕਸ਼ਨ ਅਤੇ ਈਵੈਂਟਸ ਜਿਹੜੀਆਂ ਕੀ ਹੈ ਵਿਚ ਇਨ ਪਾਰਟ ਐਟ ਲੀਸਟ ਕੀ ਆਫ ਏ ਫਾਈਨੈਂਸ਼ੀਅਲ ਉਹਨਾਂ ਦੀ ਨੇਚਰ ਹੋਣੀ ਚਾਹੀਦੀ ਹੈ ਅਤੇ ਇੰਟਰਪ੍ਰੇਟਿੰਗ ਦਾ ਤਾਂ ਰਿਜ਼ਲਟ ਹੋਣਾ ਚਾਹੀਦਾ। ਸਾਰੀਆਂ ਐਂਟਰੀਜ਼ ਕਿਵੇਂ ਦੇ ਮਤਲਬ ਦੋ ਤਰ੍ਹਾਂ ਦੀਆਂ ਨੇ, ਫਾਈਨੈਂਸ਼ੀਅਲ ਅਤੇ ਨੋਨ ਫਾਈਨੈਂਸ਼ੀਅਲ। ਫਾਈਨੈਂਸ਼ੀਅਲਸ ਕੀ ਨੇ? ਜਿਸ ਤਰ੍ਹਾਂ ਸਪੋਜ਼ ਕਰੋ ਮੈਂ ਸਕੂਲ ਦੇ ਵਿੱਚ ਪੜ੍ਹਾ ਰਹੀ ਹਾਂ, ਜਿਹੜਾ ਸਕੂਲ ਦੇ ਵਿੱਚ ਪੜ੍ਹਾ ਰਹੀ ਹਾਂ ਉਹਦੇ ਬਦਲੇ ਮੈਨੂੰ ਕੀ ਹੈ, ਸੈਲਰੀ ਮਿਲ ਰਹੀ ਹੈ, ਉਹ ਕੀ ਹੋ ਗਈ ਫਾਈਨੈਂਸ਼ੀਅਲ, ਕਿਉਂਕਿ ਮੈਂ ਆਪਦੀ ਸਰਵਿਸ ਪ੍ਰੋਵਾਈਡ ਕੀਤੀ ਹੈ, ਸਰਵਿਸ ਦੇ ਬਦਲੇ ਮੈਨੂੰ ਕੀ ਹੈ, ਸੈਲਰੀ ਮਿਲ ਰਹੀ ਹੈ। ਠੀਕ ਹੈ, ਉਹ ਹੋ ਗਈ ਫਾਈਨੈਂਸ਼ੀਅਲ। ਨੋਨ ਫਾਈਨੈਂਸ਼ੀਅਲ ਸਪੋਜ਼ ਕਰੋ ਮੈਂ ਆਪਦੇ ਬੱਚੇ ਨੂੰ ਘਰੇ ਪੜ੍ਹਾ ਰਹੀ ਹਾਂ, ਕਿਉਂਕਿ ਉਹਦੇ ਬਦਲੇ ਮੈਨੂੰ ਕੁਝ ਨਹੀਂ ਨਾ ਮਿਲ ਰਿਹਾ, ਮੈਂ ਸੋਸ਼ਲ ਸਰਵਿਸ ਕਰ ਰਹੀ ਹਾਂ, ਉਹ ਕੀ ਹੋ ਗਈ ਨੋਨ ਫਾਈਨੈਂਸ਼ੀਅਲ। ਜਿਹੜੀਆਂ ਫਾਈਨੈਂਸ਼ੀਅਲ ਮਤਲਬ ਡਬਲ ਟ੍ਰਾਂਜੈਕਸ਼ਨ ਹੋ ਗਈ, ਆਪਾਂ ਕੀ ਕਰਦੇ ਹਾਂ ਉਹਦੇ ਬਦਲੇ ਕੁਛ ਸਰਵਿਸ ਜਿਹੜੀਆਂ ਪ੍ਰੋਵਾਈਡ ਕਰਦੇ ਹਾਂ ਉਹਦੇ ਬਦਲੇ ਆਪਾਂ ਨੂੰ ਕੁਛ ਮਿਲ ਰਿਹਾ, ਉਹ ਕਿਹੜੀਆਂ ਹੋ ਗਈਆਂ ਫਾਈਨੈਂਸ਼ੀਅਲ ਨੇਚਰ। ਅਤੇ ਮਨੀ ਮੋਨਟਰੀ ਅਤੇ ਨੋਨ ਮੋਨਟਰੀ। ਮੋਨਟਰੀ ਟਰਮਸ ਕੀ ਨੇ? ਜਿਹੜੀਆਂ ਜਿਨ੍ਹਾਂ ਨੂੰ ਆਪਾਂ ਮਨੀ ਦੇ ਵਿੱਚ ਮੈਜ਼ਰ ਕਰ ਸਕਦੇ ਹਾਂ। ਨੋਨ ਮੋਨਟਰੀ ਜਿਨ੍ਹਾਂ ਨੂੰ ਆਪਾਂ ਮਨੀ ਦੇ ਵਿੱਚ ਨਹੀਂ ਮੈਜ਼ਰ ਕਰ ਸਕਦੇ। ਹੁਣ ਕੀ ਹੈ ਕਹਿੰਦੇ, ਕਲਾਸੀਫਾਈ ਇਨ ਸਿਗਨੀਫਿਕੈਂਟ ਟਰਮਸ ਆਫ ਮਨੀ ਟ੍ਰਾਂਜੈਕਸ਼ਨ ਈਵੈਂਟਸ ਵਿਚ ਆਰ ਇਨ ਪਾਰਟ ਆਫ ਫਾਈਨੈਂਸ਼ੀਅਲ ਕਰੈਕਟਰ। ਤੁਹਾਨੂੰ ਦੱਸਦੇ ਹਾਂ ਫਾਈਨੈਂਸ਼ੀਅਲ ਨੇਚਰ ਦੇ ਹੋਣੇ ਅਤੇ ਮਨੀ ਦੇ ਟਰਮ ਦੇ ਵਿੱਚ ਆਪਾਂ ਉਹਨਾਂ ਨੂੰ ਮੈਜ਼ਰ ਕਰ ਸਕਦੇ ਹਾਂ। ਪਹਿਲੀ ਡੈਫੀਨੇਸ਼ਨ ਕੀ ਹੈ? ਅਕਾਊਂਟਿੰਗ ਸਾਇੰਸ ਆਫ ਰਿਕਾਰਡਿੰਗ ਅਤੇ ਕਲਾਸੀਫਾਈ ਬਿਜ਼ਨਸ ਟ੍ਰਾਂਜੈਕਸ਼ਨ ਅਤੇ ਈਵੈਂਟਸ ਪ੍ਰਾਇਮਰੀ ਜਿਹੜੀਆਂ ਤੁਹਾਨੂੰ ਉਹੀ ਦੱਸੀਆਂ। ਫਾਈਨੈਂਸ਼ੀਅਲ ਸਭ ਤੋਂ ਵੱਡੀ ਕੀ ਹੈ, ਉਹਦਾ ਫਾਈਨੈਂਸ਼ੀਅਲ ਕਰੈਕਟਰ ਹੋਣਾ ਚਾਹੀਦਾ ਅਤੇ ਆਰਟ ਆਫ ਮੇਕਿੰਗ ਸਿਗਨੀਫਿਕੈਂਟ ਸਮਰੀਜ਼ ਅਤੇ ਐਨਾਲਾਈਜ਼ ਇੰਟਰਪ੍ਰੀਟਿੰਗ ਮਤਲਬ ਕਮਿਊਨੀਕੇਟਿੰਗ। ਸਾਰਿਆਂ ਪਹਿਲਾਂ ਮਨੀ ਦੇ ਵਿੱਚ ਟਰਮ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਅਤੇ ਉਹਦੇ ਕੀ ਹੈ ਦੂਸਰੀਆਂ ਕੀ ਹੈ ਉਹ ਫਾਈਨੈਂਸ਼ੀਅਲ ਨੇਚਰ ਦੀਆਂ ਹੋਣੀਆਂ ਚਾਹੀਦੀਆਂ ਨੇ, ਫਾਈਨੈਂਸ਼ੀਅਲ ਕਰੈਕਟਰ ਦੀਆਂ ਹੋਣੀਆਂ ਚਾਹੀਦੀਆਂ ਨੇ। ਹੁਣ ਇਹਦੇ ਕੀ ਆ ਕਰੈਕਟਰਸ ਜਾਂ ਐਟਰੀਬਿਊਟਸ ਕੀ ਨੇ ਅਕਾਊਂਟਿੰਗ ਦੇ? ਸਭ ਤੁਹਾਨੂੰ ਪਹਿਲਾਂ ਹੀ ਦੱਸਿਆ। ਸਭ ਤੋਂ ਪਹਿਲਾਂ ਆਪਾਂ ਟ੍ਰਾਂਜੈਕਸ਼ਨ ਨੂੰ ਦੇਖਣਾ ਹੈ ਉਹ ਫਾਈਨੈਂਸ਼ੀਅਲ ਨੇਚਰ ਦੀ ਹੈ ਜਾਂ ਨੋਨ ਫਾਈਨੈਂਸ਼ੀਅਲ ਦੀ ਹੈ। ਅਕਾਊਂਟਸ ਦੇ ਵਿੱਚ ਆਪਾਂ ਸਿਰਫ ਉਹੀ ਟ੍ਰਾਂਜੈਕਸ਼ਨ ਅਤੇ ਈਵੈਂਟਸ ਜਿਹੜੀਆਂ ਕੀ ਹੈ ਇਨ ਟਰਮਸ ਆਫ ਮਨੀ ਦੇ ਵਿੱਚ ਕੀ ਕਰ ਸਕਦੇ ਹਾਂ, ਮੈਜ਼ਰ ਕਰ ਸਕਦੇ ਹਾਂ। ਆਇਡੈਂਟੀਫਾਈ ਟਾਈਮ ਅਤੇ ਈਵੈਂਟ ਜਿਹੜੀਆਂ ਕੀ ਆ ਪਾਰਟ ਆਫ ਇਕਨੋਮਿਕ ਉਹੀ ਨੇ। ਇਕਨੋਮਿਕ ਐਕਟੀਵਿਟੀ ਪਰਚੇਜ ਆਫ ਰਾ ਮਟੀਰੀਅਲ, ਸੇਲ ਆਫ ਫਿਨਿਸ਼ਡ ਗੁੱਡਸ। ਹੁਣ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਇਕਨੋਮਿਕ ਅਤੇ ਨੋਨ ਇਕਨੋਮਿਕ ਵੀ ਸੇਮ ਐਗਜ਼ਾਮਪਲ ਹੈ, ਤੁਸੀਂ ਬਿਜ਼ਨਸ ਸਟੱਡੀ ਦੇ ਵਿੱਚ ਕਰੋਗੇ। ਇਕਨੋਮਿਕ ਐਕਟੀਵਿਟੀਜ਼ ਨੇ ਕਿਹੜੀਆਂ ਨੇ? ਉਹ ਨੇ ਜਿਹਦੇ ਬਦਲੇ 'ਚ ਆਪਾਂ ਨੂੰ ਕੀ ਆ ਕੋਈ ਸਰਵਿਸ ਪ੍ਰੋਵਾਈਡ ਕਰਦੇ ਹਾਂ, ਉਹਦੇ ਵਿੱਚ ਆਪਾਂ ਨੂੰ ਪੇਮੈਂਟ ਮਿਲਦੀ ਹੈ, ਸੈਲਰੀ ਮਿਲਦੀ ਹੈ। ਨੋਨ ਇਕਨੋਮਿਕ ਜਿਹੜੀਆਂ ਦੇ ਬਦਲੇ ਆਪਾਂ ਨੂੰ ਕੋਈ ਵੀ ਪੈਸਾ ਨਹੀਂ ਮਿਲਦਾ ਹੈਗਾ।
ਅੱਗੇ ਆ ਜੋ ਮਈਰਿੰਗ ਦੀ ਆਇਡੈਂਟੀਫਾਈ ਟ੍ਰਾਂਜੈਕਸ਼ਨ। ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ, ਜਿਹੜੀਆਂ ਟ੍ਰਾਂਜੈਕਸ਼ਨ ਨੇ ਜਿਨ੍ਹਾਂ ਨੂੰ ਆਪਾਂ ਮਨੀ ਦੇ ਵਿੱਚ ਮੈਜ਼ਰ ਕਰ ਸਕਦੇ ਹਾਂ ਉਹੀ ਟ੍ਰਾਂਜੈਕਸ਼ਨ ਲੈਣੀਆਂ ਨੇ। ਈਵੈਂਟ ਜਿਹੜਾ ਕਿ ਆ ਮਨੀ ਦੇ ਵਿੱਚ ਮੈਜ਼ਰ ਨਹੀਂ ਕਰ ਸਕਦੇ ਬੁੱਕਸ ਆਫ ਅਕਾਊਂਟ 'ਚ, ਲਾਈਕ ਦੀ ਕਲੇਵ ਕੁਆਲਿਟੀ ਆਫ ਮੈਨੇਜਮੈਂਟ। ਆਪਾਂ ਜਿਹੜਾ ਮੈਨੇਜਮੈਂਟ ਹੈ ਜਾਂ ਕੋਈ ਮੈਨੇਜਰ ਆ ਉਹਦੀ ਜਿਹੜੀ ਆਪਾਂ ਕੁਆਲਿਟੀ ਬੁੱਕਸ ਆਫ ਅਕਾਊਂਟ ਦੇ ਵਿੱਚ ਨਹੀਂ ਮੈਜ਼ਰ ਕਰ ਸਕਦੇ ਹੈਗੇ, ਸਿਰਫ ਉਹਦੀ ਸੈਲਰੀ ਜਾਂ ਉਹਦੇ ਰੈਮੂਨਰੇਸ਼ਨਸ ਨੂੰ ਦੇਖ ਰਿਕਾਰਡਿੰਗ ਅਕਾਊਂਟਿੰਗ ਕੀ ਆ? ਆਰਟ ਆਫ ਰਿਕਾਰਡਿੰਗ ਬਿਜਨਸ ਟ੍ਰਾਂਜੈਕਸ਼ਨ ਇਨ ਦੀ ਬੁੱਕਸ ਆਫ ਅਕਾਊਂਟ। ਰਿਕਾਰਡਿੰਗ ਕੀ ਆ? ਪ੍ਰੋਸੈਸ ਆਫ ਰਿਕਾਰਡਿੰਗ ਬਿਜਨਸ ਟ੍ਰਾਂਜੈਕਸ਼ਨ। ਫਾਈਨੈਂਸ਼ੀਅਲ ਕਰੈਕਟਰ ਦੇਖਾਂਗੇ ਮੋਨਟਰੀ ਟਰਮ 'ਚ, ਫਿਰ ਉਹਨਾਂ ਨੂੰ ਬੁੱਕਸ ਆਫ ਜਿਹੜੀ ਉਹਨਾਂ ਦੀ ਰੀਜਨਲ ਐਂਟਰੀ ਹੈ ਜਰਨਲ ਦੇ ਵਿੱਚ ਉਹਨਾਂ ਨੂੰ ਰਿਕਾਰਡ ਕਰਾਂਗੇ। ਉਸ ਤੋਂ ਅੱਗੇ ਆ ਜੋ ਕਲਾਸੀਫਾਈਂਗ ਕੀ ਆ? ਪ੍ਰੋਸੈਸ ਆਫ ਗਰੁੱਪਿੰਗ ਟ੍ਰਾਂਜੈਕਸ਼ਨ। ਤੁਹਾਨੂੰ ਦੱਸਿਆ ਜਿਵੇਂ ਇੱਕ ਨੇਚਰ ਦੀਆਂ ਨੇ ਉਹਨਾਂ ਨੂੰ ਇੱਕ ਪਲੇਸ 'ਤੇ ਕਰਾਂਗੇ, ਦੂਸਰੀ ਨੇਚਰ ਦੀਆਂ ਨੇ ਉਹਨਾਂ ਨੂੰ ਦੂਸਰੀ 'ਤੇ ਕਰਾਂਗੇ। ਜਰਨਲ ਦੇ ਵਿੱਚ ਸਬਸਿਡੀ ਬੁੱਕਸ ਦੇ ਵਿੱਚ ਅਲੱਗ-ਅਲੱਗ ਉਹਨਾਂ ਨੂੰ ਕੀ ਆ? ਕਲਾਸੀਫਾਈ ਕਰਾਂਗੇ। ਇਹ ਕੀ ਆ? ਮੇਨ ਬੁੱਕਸ ਆਫ ਲੈਜਰ ਦੇ ਵਿੱਚ ਦਿਸ ਬੁੱਕ ਹੈਜ਼ ਇੰਡੀਵਿਜੂਅਲ ਹੈਡਸ, ਜਿਸ ਤਰ੍ਹਾਂ ਰੈਂਟ ਹੋ ਗਿਆ, ਸੈਲਰੀ ਹੋ ਗਈ, ਕਿਸੇ ਦਾ ਅਕਾਊਂਟ ਹੋ ਗਿਆ ਪਰਸਨਲੀ, ਉਹਨਾਂ ਨੂੰ ਅਲੱਗ-ਅਲੱਗ ਕਰ। ਨੈਕਸਟ ਆ ਜੋ ਸਮਰੇਜ਼ ਨੇ। ਇਹ ਬੁੱਕ ਪ੍ਰੈਜ਼ੈਂਟ ਕੀ ਹੈ? ਕਲਾਸੀਫਾਈਡ ਡਾਟਾ ਇਨ ਐ ਮੈਨਰ ਜਿਹੜਾ ਕਿ ਇਸ ਤਰ੍ਹਾਂ ਅੰਡਰਸਟੈਂਡ ਹੋਵੇ ਅਤੇ ਉਹਨੂੰ ਆਪਾਂ ਯੂਜ਼ਫੁਲ ਇੰਟਰਨਲ ਅਤੇ ਐਕਸਟਰਨਲ ਦੋਨੇ ਉਹਨੂੰ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨੂੰ ਕਰਨ। ਇਹ ਪ੍ਰੋਸੈਸ ਕੀ ਆ? ਜਿਹਦੇ ਵਿੱਚ ਆਪਾਂ ਟਰਾਇਲ ਬੈਲੈਂਸ ਬਣਾਉਂਦੇ ਹਾਂ, ਫਿਰ ਟਰਾਇਲ ਬੈਲੈਂਸ ਤੋਂ ਅੱਗੇ ਕੀ ਹੈ? ਟ੍ਰੇਡਿੰਗ ਅਤੇ ਪ੍ਰੋਫਿਟ ਐਂਡ ਲੋਸ ਬਣਦਾ, ਬੈਲੈਂਸ ਸ਼ੀਟ ਬਣਦੀ ਹੈ। ਇਹ ਕੀ ਹੁੰਦੇ ਨੇ? ਸਮਰੀਜ਼ ਹੁੰਦੇ, ਇਹਨਾਂ ਨੂੰ ਫਾਈਨਲ ਅਕਾਊਂਟ ਜਾਂ ਫਾਈਨੈਂਸ਼ੀਅਲ ਸਟੇਟਮੈਂਟ ਵੀ ਕਹਿੰਦੇ ਆ। ਐਨਾਲਾਈਜ਼ ਅਤੇ ਇੰਟਰਪ੍ਰੀਟੇਸ਼ਨ। ਐਨਾਲਾਈਜ਼ ਅਤੇ ਫਾਈਨੈਂਸ਼ੀਅਲ ਡਾਟਾ ਕੀ ਹੈ? ਕੈਰੀਡ ਆਊਟ ਤਾਂ ਕਿ ਯੂਜ਼ਰਸ ਨੇ ਉਹਦੇ ਉਹ ਮੀਨਿੰਗਫੁਲ ਜੱਜਮੈਂਟ ਪ੍ਰੋਫਿਟੇਬਿਲਿਟੀ ਅਤੇ ਫਾਈਨੈਂਸ਼ੀਅਲ ਪੋਜੀਸ਼ਨ ਦੇ ਕਰ ਸਕਣ। ਕਮਿਊਨੀਕੇਟਿੰਗ ਫਾਈਨਲੀ ਅਕਾਊਂਟਿੰਗ ਫੰਕਸ਼ਨ ਇਨਵੋਲਵਸ ਕਮਿਊਨੀਕੇਟਿੰਗ ਦਾ ਫਾਈਨੈਂਸ਼ੀਅਲ ਇਨਫੋਰਮੇਸ਼ਨ ਫਾਈਨੈਂਸ਼ੀਅਲ ਸਟੇਟਮੈਂਟ ਦੇ ਯੂਜ਼ਰ ਤੱਕ। ਅਕਾਊਂਟਿੰਗ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਟਾਈਪ ਦੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਉਹਦੇ ਯੂਜ਼ਰਸ ਨੇ ਉਹ ਕੀ ਕਰਨਾ? ਐਪਰੋਪ੍ਰੀਏਟ ਡਿਸੀਜਨਸ ਲੈ ਸਕਣ। ਹੁਣ ਆਬਜੈਕਟਸ ਕੀ ਨੇ ਅਕਾਊਂਟਸ ਦੇ? ਪਹਿਲਾਂ ਕੀ ਕਰਨਾ? ਮੇਨਟੇਨਿੰਗ ਦੇ ਅਕਾਊਂਟਸ ਰਿਕਾਰਡ। ਆਬਜੈਕਟਿਵ ਅਕਾਊਂਟ ਕੀ ਹੈ? ਜਿਹੜੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨੇ, ਈਵੈਂਟਸ ਨੇ, ਆਰਗੇਨਾਈਜੇਸ਼ਨ, ਉਹਨਾਂ ਨੂੰ ਬੁੱਕਸ ਆਫ ਅਕਾਊਂਟ ਦੇ ਵਿੱਚ ਆਪਾਂ ਕੀ ਹੈ? ਸਿਸਟਮੈਟਿਕ ਮੈਨਰ ਦੇ ਨਾਲ ਜਿਹੜੇ ਉਹਦੇ ਪ੍ਰਿੰਸੀਪਲ ਨੇ ਅਕਾਊਂਟਸ ਦੇ ਉਹ ਫੋਲੋ ਕਰਕੇ ਬਣਾਈਏ। ਦੂਸਰਾ ਡਿਟਰਮਿਨ ਪ੍ਰੋਫਿਟ ਅਤੇ ਲੋਸ। ਆਪਾਂ ਇਹ ਦੇਖਣਾ ਐਂਡ ਦੇ ਵਿੱਚ ਆਪਾਂ ਨੂੰ ਪ੍ਰੋਫਿਟ ਹੋ ਰਿਹਾ ਜਾਂ ਲੋਸ ਹੋ ਰਿਹਾ। ਕੀ ਹੈ? ਜਿਹੜੀ ਸਟੇਟਮੈਂਟ ਹੋਊਗੀ ਜਿਹਨੂੰ ਇਨਕਮ ਸਟੇਟਮੈਂਟ, ਟ੍ਰੇਡਿੰਗ ਅਤੇ ਪ੍ਰੋਫਿਟ ਜਾਂ ਫਾਈਨਲ ਅਕਾਊਂਟਸ ਵੀ ਕਹਿ ਸਕਦੇ ਹਾਂ, ਉਹ ਤਿਆਰ ਕਰਦੇ ਉਹਨਾਂ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਆਪਾਂ ਨੂੰ ਪ੍ਰੋਫਿਟ ਹੋ ਰਿਹਾ ਜਾਂ ਲੋਸ ਹੋ ਰਿਹਾ। ਫਾਈਨੈਂਸ਼ੀਅਲ ਪੋਜੀਸ਼ਨ ਕਿੱਥੋਂ ਪਤਾ ਲੱਗਦਾ? ਆਪਾਂ ਨੂੰ ਬੈਲੈਂਸ ਸ਼ੀਟ ਤੋਂ ਪਤਾ ਲੱਗਦਾ। ਬੈਲੈਂਸ ਸ਼ੀਟ ਦੇ ਵਿੱਚ ਇੱਕ ਸਾਈਡ 'ਤੇ ਆਪਾਂ ਐਸੈਟਸ ਲੈਂਦੇ ਹਾਂ, ਦੂਸਰੀ ਸਾਈਡ 'ਤੇ ਲਾਇਬਿਲਿਟੀਜ਼। ਇਹ ਸਾਰੇ ਆਪਾਂ ਲੈਸਨ ਅੱਗੇ ਕਰਾਂਗੇ, ਫਿਰ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗੇਗਾ ਅਤੇ ਉਹ ਤੋਂ ਆਪਾਂ ਨੂੰ ਕੀ ਹੈ? ਫਾਈਨੈਂਸ਼ੀਅਲ ਪੋਜੀਸ਼ਨ ਦਾ ਪਤਾ ਲੱਗਦਾ। ਫੈਸਿਲੀਟੇਟਿੰਗ ਮੈਨੇਜਮੈਂਟ ਆਫਨ ਕਾਸ ਕੇ ਫਾਈਨੈਂਸ਼ੀਅਲ ਇਨਫੋਰਮੇਸ਼ਨ ਵੀ ਡਿਸੀਜਨ ਮੇਕਿੰਗ, ਇਫੈਕਟਿਵ ਕੰਟਰੋਲ, ਬਜਟਿੰਗ ਕਰਨਾ, ਫੋਰਕਾਸਟਿੰਗ ਕਰਨਾ, ਇਹ ਸਾਰੇ ਕੀ ਆ? ਫਾਈਨੈਂਸ਼ੀਅਲ ਮੈਨੇਜਮੈਂਟ ਤੋਂ ਪਤਾ ਲੱਗਦਾ। ਪ੍ਰੋਵਾਈਡਿੰਗ ਅਕਾਊਂਟਿੰਗ ਇਨਫੋਰਮੇਸ਼ਨਸ ਟੂ ਯੂਜ਼ਰਸ। ਹੋਰ ਕੀ ਆਬਜੈਕਟਿਵ ਅਕਾਊਂਟਿੰਗ ਕੀ ਹੈ? ਅਕਾਊਂਟਿੰਗ ਇਨਫੋਰਮੇਸ਼ਨ ਜਿਹੜੇ ਯੂਜ਼ਰ ਨੇ ਇੰਟਰਨਲ ਅਤੇ ਐਕਸਟਰਨਲ ਦੋਨਾਂ ਨੂੰ ਇਹ ਤੋਂ ਫਾਇਦਾ ਹੋਵੇ। ਇੰਟਰਨਲ ਯੂਜ਼ਰਸ ਕਿਹੜੇ ਨੇ? ਜਿਵੇਂ ਮੈਨੇਜਰਸ ਹੋ ਗਏ, ਇੰਪਲਾਈਜ਼ ਹੋ ਗਏ, ਸ਼ੇਅਰ ਹੋਲਡਰਸ ਹੋ ਗਏ, ਸਾਰੇ ਕੀ ਨੇ? ਇੰਟਰਨਲ ਹੈ। ਐਕਸਟਰਨਲ ਕਿਵੇਂ? ਬੈਂਕਾਂ ਹੋ ਗਈਆਂ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੋ ਗਏ, ਜਿਨ੍ਹਾਂ ਤੋਂ ਆਪਾਂ ਉਧਾਰ ਮਾਲ ਲਿਆ, ਉਹ ਸਾਰੇ ਕੀ ਹੋ ਗਏ? ਜਿਨ੍ਹਾਂ ਨੂੰ ਸਪਲਾਇਰ ਕਹਿੰਦੇ ਆ, ਉਹ ਸਾਰੇ ਕੀ ਹੋ ਗਏ? ਐਕਸਟਰਨਲ। ਦੋਹਾਂ ਨੂੰ ਇਹ ਤੋਂ ਕੀ ਹੈ? ਇਨਫੋਰਮੇਸ਼ਨਸ ਪ੍ਰੋਵਾਈਡ ਹੁੰਦੀਆਂ। ਪ੍ਰੋਟੈਕਟਿੰਗ ਬਿਜਨਸ ਐਸੈਟ। ਅਕਾਊਂਟਿੰਗ ਦਾ ਹੋਰ ਇਨਫੋਰਮੇਸ਼ਨਸ ਕੀ ਹੈ? ਜਿਹੜੀਆਂ ਆਪਾਂ ਐਸੈਟਸ ਰਿਕਾਰਡ ਕਰਦੇ ਹਾਂ ਵੀ ਬਿਜਨਸ ਦੇ ਓਨਡ ਕੀ ਉਹਨਾਂ ਨੂੰ ਪ੍ਰੋਪਰਲੀ ਆਪਾਂ ਯੂਜ਼ ਕਰ ਰਹੇ ਹਾਂ, ਰਿਕਾਰਡ ਦੇ ਵਿੱਚ ਲੈ ਰਹੇ ਹਾਂ, ਉਹਨਾਂ 'ਤੇ ਕੰਟਰੋਲ ਹੈ, ਉਹਨਾਂ ਨੂੰ ਆਪਾਂ ਪ੍ਰੋਟੈਕਟ ਕਰ ਰਹੇ ਹਾਂ। ਸਾਰਾ ਅਕਾਊਂਟਿੰਗ ਤੋਂ ਪਤਾ ਲੱਗਦਾ। ਕਰਨੇ ਆ ਫੰਕਸ਼ਨਸ ਆਫ ਅਕਾਊਂਟਿੰਗ। ਫਸਟ ਕੀ ਹੈ? ਮੇਨਟੇਨ ਸਿਸਟਮੈਟਿਕ ਅਕਾਊਂਟਿੰਗ ਰਿਕਾਰਡ। ਪ੍ਰਾਇਮਰੀ ਜਿਹੜਾ ਫੰਕਸ਼ਨ ਹੈ ਅਕਾਊਂਟਿੰਗ ਕੀ ਹੈ? ਮੇਨਟੇਨ ਸਿਸਟਮੈਟਿਕ ਅਕਾਊਂਟਿੰਗ ਰਿਕਾਰਡ। ਉਹਨਾਂ ਨੇ ਇੱਕ ਕੀ ਹੈ? ਸਿਸਟਮ ਦੇ ਵਿੱਚ ਲੈ ਕੇ ਜਾਣਾ। ਜਿਹੜੀਆਂ ਕੀ ਆ? ਸਿਰਫ ਕਿਹੜੀਆਂ ਟ੍ਰਾਂਜੈਕਸ਼ਨ ਨੇ? ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਅਤੇ ਈਵੈਂਟਸ ਨੇ। ਮਤਲਬ ਨੋਨ ਫਾਈਨੈਂਸ਼ੀਅਲ ਨੂੰ ਨਹੀਂ, ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ, ਮੈਂ ਨੋਨ ਫਾਈਨੈਂਸ਼ੀਅਲ ਨੂੰ ਨਹੀਂ ਲੈ ਕੇ ਜਾਣਾ, ਸਿਰਫ ਫਾਈਨੈਂਸ਼ੀਅਲ ਨੂੰ ਲੈ ਕੇ ਜਾਣਾ। ਸੈਕੰਡਲੀ ਆ ਜੋ ਪ੍ਰੈਪਰੇਸ਼ਨਸ ਆਫ ਫਾਈਨੈਂਸ਼ੀਅਲ ਸਟੇਟਮੈਂਟ ਔਰ ਫਾਈਨਲ ਅਕਾਊਂਟ। ਜਿਹੜੇ ਫਾਈਨੈਂਸ਼ੀਅਲ ਸਟੇਟਮੈਂਟ ਹੈ, ਠੀਕ ਹੈ, ਉਹ ਕਦੋਂ ਪ੍ਰੀਪੇਅਰ ਕੀਤੇ ਜਾਂਦੇ? ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਤੁਹਾਡਾ ਕੀ ਆਉਂਦਾ? ਟ੍ਰੇਡਿੰਗ ਅਕਾਊਂਟ ਅਤੇ ਪ੍ਰੋਫਿਟ ਐਂਡ ਲੋਸ ਅਤੇ ਬੈਲੈਂਸ ਸ਼ੀਟ। ਐਂਡ ਆਫ ਦੀ ਅਕਾਊਂਟਿੰਗ ਪੀਰੀਅਡ ਆਪਾਂ ਇਹਨਾਂ ਨੂੰ ਤਿਆਰ ਕਰਦੇ ਹਾਂ, ਜਿਹਦੇ ਵਿੱਚ ਕੀ ਹੈ? ਇਨਕਮ ਸਟੇਟਮੈਂਟ, ਪ੍ਰੋਫਿਟ ਐਂਡ ਲੋਸ ਅਤੇ ਪੋਜੀਸ਼ਨਲ ਸਟੇਟਮੈਂਟ, ਬੈਲੈਂਸ ਸ਼ੀਟ। ਬੈਲੈਂਸ ਸ਼ੀਟ ਨੂੰ ਕੀ ਹੈ? ਪੋਜੀਸ਼ਨ ਸਟੇਟਮੈਂਟ ਵੀ ਆਪਾਂ ਕਹਿੰਦੇ ਹਾਂ।
फाइनैंशियल स्टेटमेंट शो द फाइनैंशियल परफॉर्मेंस। ਜਿਹੜੀ ਫਾਈਨੈਂਸ਼ੀਅਲ ਸਟੇਟਮੈਂਟ ਆ ਉਹ ਕੀ ਕਰਦੇ ਨੇ, ਫਾਈਨੈਂਸ਼ੀਅਲ ਪਰਫਾਰਮੈਂਸ ਦਾ ਵੀ ਪ੍ਰੋਫਿਟ ਅਰਨ ਹੋ ਰਿਹਾ ਜਾਂ ਲਾਸ ਇਨਕਰਡ ਹੋਇਆ ਡੂਰਿੰਗ ਦਾ ਅਕਾਊਂਟਿੰਗ ਈਅਰ। ਫਾਈਨੈਂਸ਼ੀਅਲ ਪੋਜੀਸ਼ਨ ਜਿਹੜੀ ਬੈਲੈਂਸ ਸ਼ੀਟ ਹੈ ਐਟ ਦੀ ਐਂਡ ਆਫ ਅਕਾਊਂਟਿੰਗ ਈਅਰ ਆਪਾਂ ਨੂੰ ਕੀ ਦੱਸਦੀ ਹੈ, ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ, ਕਿੰਨੀਆਂ ਬਿਜ਼ਨਸ ਕੋਲ ਐਸੈਟਸ ਨੇ ਅਤੇ ਕਿੰਨੀਆਂ ਦੇ ਕੋਲ ਲਾਇਬਿਲਿਟੀਜ਼ ਨੇ। ਬੋਥ ਦਾ ਸਟੇਟਮੈਂਟ ਆਰ ਇੰਪੋਰਟੈਂਟ ਫਾਰ ਆਲ ਦੀ ਯੂਜ਼ਰਸ ਆਫ ਟੇਕਿੰਗ ਡਿਸੀਜਨ। ਸਾਰੀਆਂ ਕਿ ਜਿਹੜੇ ਵੀ ਯੂਜ਼ਰਸ ਨੇ ਉਹਨਾਂ ਦੀ ਡਿਸੀਜਨ ਦੇ ਲਈ ਕੀ ਹੈ, ਇਹ ਜ਼ਰੂਰੀ ਹੈ। ਮੇਕਿੰਗ ਲੀਗਲ ਰਿਕੁਆਇਰਮੈਂਟ, ਜਿਹੜੇ ਅਕਾਊਂਟਿੰਗ ਰਿਕਾਰਡ ਨੇ, ਠੀਕ ਹੈ, ਇਹ ਕੀ ਕੀਤੇ ਜਾਂਦੇ ਆ, ਕੋਰਟ ਦੇ ਵਿੱਚ ਕੱਲ੍ਹ ਨੂੰ ਕੋਈ ਵੀ ਜ਼ਰੂਰਤ ਪੈ ਜਾਂਦੀ ਹੈ ਕੋਰਟ ਆਫ ਲਾ ਦੇ ਵਿੱਚ, ਤਾਂ ਉਹਦੇ ਵਿੱਚ ਕੀ ਹੈ, ਐਵੀਡੈਂਸ ਦੇ ਤੌਰ 'ਤੇ ਇਹ ਯੂਜ਼ ਕੀਤੇ ਜਾਂਦੇ ਆ ਅਤੇ ਦੇ ਆਰ ਮੇਨਟੇਨਡ ਸਿਸਟਮੈਟਿਕਲੀ, ਅਤੇ ਉਹ ਸਿਸਟਮੈਟਿਕਲੀ ਕੀ ਹੈ, ਫੋਲੋ ਕੀਤੇ ਹੁੰਦੇ ਆ ਰੂਲ ਫੋਲੋਇੰਗ ਦੇ ਅਕਾਊਂਟਿੰਗ ਪ੍ਰਿੰਸੀਪਲ ਅਤੇ ਕੰਸੈਪਟ। ਜਿਹੜੇ ਆਪਾਂ ਅੱਗੇ ਪ੍ਰਿੰਸੀਪਲ ਅਤੇ ਕੰਸੈਪਟ ਕਰਾਂਗੇ ਉਹਨਾਂ ਦੇ ਮੁਤਾਬਕ ਜਿਹੇ ਬਣੇ ਹੋਣਗੇ। ਬਿਸਾਈਡਸ ਦੀ ਲਾ ਸੱਚ ਐਸ ਦੀ ਕੰਪਨੀਜ਼ ਐਕਟ, ਇਨਕਮ ਟੈਕਸ ਐਕਟ, GST ਸਾਰੇ ਕੀ ਹੈ, ਇਹਦੇ ਤੋਂ ਕੀ ਹੈ, ਕੋਈ ਇਨਕਮ ਟੈਕਸ ਜਿਹੜੇ ਰਿਟਰਨਾਂ ਭਰਨੀਆਂ ਨੇ, GST ਭਰਨਾ, ਸਾਰੀ ਇਹ ਰਿਕੁਆਇਰਮੈਂਟ ਕੀ ਹੈ, ਸਬਮਿਸ਼ਨ ਆਫ ਰਿਟਰਨ। ਆਪਾਂ ਨੂੰ ਸਾਰੀਆਂ ਰਿਟਰਨ ਇਹ ਭਰਨੀਆਂ ਪੈਂਦੀਆਂ ਨੇ ਫਾਰਮ ਪੀਰੀਅਡ ਪ੍ਰਿਸਕ੍ਰਾਈਬਡ ਇਨ ਦੀ ਲਾ ਦੇ ਮੁਤਾਬਕ। ਰਿਟਰਨਸ ਕੈਨ ਬੀ ਸਬਮਿਟ ਇਫ ਦਾ ਅਕਾਊਂਟਿੰਗ ਰਿਕਾਰਡਸ ਆਰ ਮੇਨਟੇਨਡ ਸਿਸਟਮੈਟਿਕਲੀ ਅਤੇ ਟਾਈਮਲੀ। ਤਾਂ ਹੀ ਰਿਟਰਨ ਭਰੀਆਂ ਜਾ ਸਕਣਗੀਆਂ ਜੇ ਕੀ ਹੈ, ਜਿਹੜਾ ਸਿਸਟਮੈਟਿਕ ਰਿਕਾਰਡ ਹੈ ਮੇਨਟੇਨ ਕੀਤਾ ਅਤੇ ਟਾਈਮਲੀ ਰਿਕਾਰਡ ਹੈ। ਅੱਗੇ ਜੋ ਕਮਿਊਨੀਕੇਟਿੰਗ ਦੀ ਫਾਈਨੈਂਸ਼ੀਅਲ ਇਨਫੋਰਮੇਸ਼ਨ, ਇਹ ਕੀ ਹੈ, ਅਨਦਰ ਫੰਕਸ਼ਨਸ ਅਕਾਊਂਟਿੰਗ ਦਾ ਕਿ ਜਿਹੜੀਆਂ ਫਾਈਨੈਂਸ਼ੀਅਲ ਇਨਫੋਰਮੇਸ਼ਨ ਸਾਨੂੰ ਕਮਿਊਨੀਕੇਟ ਕਰਨਾ ਕਿਹਦੇ ਕੋਲ, ਜਿਹੜੇ ਉਹਦੇ ਇੰਟਰਨਲ ਯੂਜ਼ਰਸ ਹੈ। ਇੰਟਰਨਲ ਯੂਜ਼ਰਸ ਕੌਣ ਹੈ, ਜਿਹੜੀ ਉਹ ਜਿਵੇਂ ਉਹਦੀ ਮੈਨੇਜਮੈਂਟ ਹੈ, ਇੰਪਲਾਈਜ਼ ਹੈ, ਸ਼ੇਅਰ ਹੋਲਡਰਸ ਹੈ, ਠੀਕ ਹੈ, ਉਹ ਸਾਰੇ ਮੈਨੇਜਮੈਂਟ ਅਤੇ ਐਕਸਟਰਨਲ ਯੂਜ਼ਰਸ ਜਿਹਦੇ ਵਿੱਚ ਕੀ ਹੈ, ਮੈਨੇਜਮੈਂਟ ਵੀ ਹੋ ਜਾਂਦੀ ਹੈ। ਮੈਨੇਜਮੈਂਟ ਤਾਂ ਤੁਹਾਡੇ ਇੰਟਰਨਲ ਹੋ ਗਈ, ਬੈਂਕਸ ਹੋ ਗਈਆਂ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੋ ਗਏ, ਸਪਲਾਇਰਸ ਹੋ ਗਏ, ਸਾਰੀਆਂ ਕੀ ਹੈ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਗੌਰਮੈਂਟ ਹੋ ਗਈਆਂ। ਅਸਿਸਟੈਂਟ ਟੂ ਮੈਨੇਜਮੈਂਟ, ਮੈਨੇਜਮੈਂਟ ਕੀ ਹੈ ਓਫਨ ਕੇਅਰ ਕਰਸ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੇ ਕਾਹਦੇ ਲਈ ਹੁੰਦੀਆਂ ਨੇ, ਜਿਹੜੀ ਕੀ ਹੈ ਅਕਾਊਂਟਿੰਗ ਇਨਫੋਰਮੇਸ਼ਨ ਰਿਕਾਰਡ ਹੁੰਦਾ ਮੈਨੇਜਮੈਂਟ ਨੂੰ ਕੀ ਹੈ ਡਿਸੀਜਨ ਮੇਕਿੰਗ ਦੇ ਵਿੱਚ, ਉਹਦੇ ਵਿੱਚ ਕੀ ਕਰਦੇ ਨੇ, ਹੈਲਪਫੁਲ ਕਰਦੇ ਨੇ। ਅਕਾਊਂਟਿੰਗ ਰਿਕਾਰਡ ਸ਼ੁੱਡ ਬੀ ਮੇਨਟੇਨਡ ਇਨ ਸੱਚ ਏ ਮੈਨਰ ਦੈਟ ਦੀ ਐਸੈਟਸ ਓਨਡ ਆਰ ਨੋਨ, ਕਿੰਨੀਆਂ ਐਸੈਟਸ ਨੇ, ਇਟ ਵਿਲ ਅਸਿਸਟ ਦੀ ਮੈਨੇਜਮੈਂਟ ਇਨ ਪ੍ਰੋਡਕਟ, ਜਿਹੜੀਆਂ ਪ੍ਰੋਟੈਕਟਿੰਗ ਆ ਐਸੈਟਸ ਦੀ ਕੀ ਕਰਨੀ ਆ, ਸੇਫਟੀ ਕਰਨੀ ਆ, ਕਿਤੇ ਉਹ ਤਾਂ ਹੀ ਹੋਣਗੀਆਂ ਜਿਨ੍ਹਾਂ 'ਤੇ ਪ੍ਰੋਪਰਲੀ ਕੰਟਰੋਲ ਹੋਏਗਾ। ਨੈਕਸਟ ਹੈ ਜੋ ਐਡਵਾਂਟੇਜ ਆਫ ਅਕਾਊਂਟਿੰਗ, ਫਾਈਨੈਂਸ਼ੀਅਲ ਇਨਫੋਰਮੇਸ਼ਨ ਅਬਾਊਟ ਬਿਜ਼ਨਸ। ਫਾਈਨੈਂਸ਼ੀਅਲ ਪਰਫਾਰਮੈਂਸ ਡੂਰਿੰਗ ਦਾ ਅਕਾਊਂਟਿੰਗ ਪੀਰੀਅਡ, ਪ੍ਰੋਫਿਟ ਅਰਨ ਹੋ ਰਿਹਾ ਜਾਂ ਲਾਸ ਇਨਕਰਡ ਹੋ ਰਿਹਾ, ਅਤੇ ਫਾਈਨੈਂਸ਼ੀਅਲ ਪੋਜੀਸ਼ਨ ਐਟ ਦੀ ਐਂਡ ਆਫ ਅਕਾਊਂਟਿੰਗ ਪੀਰੀਅਡ ਕੀ ਹੈ, ਨੋਨ ਐਜ਼ ਅਕਾਊਂਟਿੰਗ ਤੋਂ ਹੀ ਆਪਾਂ ਨੂੰ ਸਾਰੀ ਬਿਜ਼ਨਸ ਦੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਮਿਲਦੀ ਹੈ। ਅਸਿਸਟੈਂਟ ਟੂ ਮੈਨੇਜਮੈਂਟ, ਮੈਨੇਜਮੈਂਟ ਨੇ ਕੀ ਹੈ ਜਿਹੜੀਆਂ ਪਲੈਨਸ ਕਰਨੀਆਂ ਨੇ, ਡਿਸੀਜਨਸ ਕਰਨੇ ਨੇ, ਕੰਟਰੋਲ ਕਰਨਾ ਜਿਹੜੀ ਐਸੈਟਸ ਦੇ ਉੱਤੇ ਕਿਹਦੇ ਥਰੂ ਕਰ ਸਕਦੀ ਹੈ, ਇਹਦੇ ਥਰੂ ਅਕਾਊਂਟਿੰਗ ਦੇ ਥਰੂ ਕਰ ਸਕਦੀ ਹੈ। ਬੈਲੈਂਸ ਰਿਪਲੇਸਿੰਗ ਮੈਮਰੀ, ਸਿਸਟਮੈਟਿਕ ਦੇ ਟਾਈਮਲੀ ਜਿਹੜੀ ਰਿਕਾਰਡਿੰਗ ਆ ਟ੍ਰਾਂਜੈਕਸ਼ਨ ਕੀ ਕਰਦੇ ਨੇ, ਨੈਸੈਸਿਟੀ ਟੂ ਰਿਮੈਂਬਰ, ਸਾਰੀਆਂ ਟ੍ਰਾਂਜੈਕਸ਼ਨ ਨੂੰ ਆਸਾਨੀ ਦੇ ਨਾਲ ਲਿਖੀਆਂ ਜਾ ਸਕਦੇ ਨੇ। ਅਕਾਊਂਟਿੰਗ ਰਿਕਾਰਡ ਪ੍ਰੋਵਾਈਡਸ ਦੀ ਨੈਸੈਸਿਟੀ ਇਨਫੋਰਮੇਸ਼ਨ, ਅਕਾਊਂਟਿੰਗ ਰਿਕਾਰਡ ਹੈ ਜਿਹੜੀ ਆਪਾਂ ਨੂੰ ਪ੍ਰੋਪਰਲੀ ਨੈਸੈਸਿਟੀ ਇਨਫੋਰਮੇਸ਼ਨ ਉਹ ਦਿੰਦਾ। ਫੈਸਿਲੀਟੇਟ ਕੰਪੈਰੀਟਿਵ ਸਟੱਡੀ, ਸਿਸਟਮੈਟਿਕ ਰਿਕਾਰਡਸ ਇਨੇਬਲ ਕੰਪੈਰੀਜ਼ਨ ਆਫ 1 year's ਰਿਜ਼ਲਟ ਵਿਦ ਦੋਜ਼ ਆਫ ਅਦਰ years ਐਂਡ ਆਈਡੈਂਟੀਫਾਈ ਫੈਕਟਰਸ ਲੀਡਿੰਗ ਟੂ ਚੇਂਜਿਸ। ਜਿਹੜਾ ਸਿਸਟਮੈਟਿਕ ਰਿਕਾਰਡ ਹੈ ਇਨੇਬਲਸ ਕਰਦਾ ਹੈ ਕੰਪੈਰੀਜ਼ਨ ਆਫ ਜਿਹੜੇ 1 ਸਾਲ ਦੇ ਪ੍ਰੋਫਿਟ ਨੇ ਦੂਸਰੇ ਸਾਲ ਦੇ ਪ੍ਰੋਫਿਟ ਦੇ ਨਾਲ ਕੰਪੈਰੀਜ਼ਨ ਕਰਨਾ। ਫੈਸਿਲੀਟੇਟ ਸਿਸਟਮੈਟਿਕ ਆਫ ਟੈਕਸ ਲਾਇਬਿਲਿਟੀਜ਼, ਜਿਹੜੀ ਸਿਸਟਮੈਟਿਕ ਅਕਾਊਂਟਿੰਗ ਰਿਕਾਰਡ ਹੈ ਕੀ ਕਰਦਾ, ਇਮੈਂਸਲੀ ਕੀ ਹੈ, ਹੈਲਪ ਕਰਦਾ ਬਿਜ਼ਨਸ ਨੂੰ ਕੀ ਕਰਨਾ, ਜਿਹੜੀਆਂ ਜਿਵੇਂ ਇਨਕਮ ਟੈਕਸ ਹੈ, ਠੀਕ ਹੈ, ਇਨਕਮ ਟੈਕਸ ਦੀਆਂ ਰਿਟਰਨਾਂ ਭਰਨੀਆਂ, GST ਦੇ ਰਿਟਰਨ ਭਰਨੀਆਂ, ਉਹ ਸਾਰੀਆਂ ਕੀ ਹੈ ਜੇ ਆਪਣਾ ਪ੍ਰੋਪਰਲੀ ਰਿਕਾਰਡ ਦੀਆਂ ਟ੍ਰਾਂਜੈਕਸ਼ਨ ਹੋਣਗੀਆਂ ਉਹਦੇ ਲਈ ਕੀ ਹੈ ਗੁੱਡ ਐਵੀਡੈਂਸ ਹੈ। ਫੈਸਿਲੀਟੇਟਸ ਲੋਨ, ਲੋਨ ਕੀ ਹੈ ਕੌਣ ਗਰਾਂਟ ਕਰਦਾ, ਬੈਂਕ ਦੇਊਗਾ ਜਾਂ ਫਾਈਨੈਂਸ਼ੀਅਲ, ਉਹ ਕਾਹਦੇ ਉੱਤੇ ਦੇਖਣਗੀਆਂ, ਆਪਣੇ ਬਿਜ਼ਨਸ ਦੀ ਗਰੋਥ ਦੇਖਣਗੀਆਂ ਵੀ ਆਪਣੀਆਂ ਜਿਹੜੀਆਂ ਫਾਈਨੈਂਸ਼ੀਅਲ ਪਰਫੋਰਮੈਂਸ ਹੈ ਉਹ ਕੀ ਹੈ,
ਫਾਈਨੈਂਸ਼ੀਅਲ ਪੋਜੀਸ਼ਨ ਬਿਜ਼ਨਸ ਦੀ ਕੀ ਹੈ, ਬਿਜ਼ਨਸ ਨੂੰ ਪ੍ਰੋਫਿਟ ਹੋ ਰਿਹਾ, ਬਿਜ਼ਨਸ ਕੋਲ ਐਸੈਟਸ ਹੈਗੀਆਂ, ਉਹਨਾਂ ਦਾ ਜਿਹੜਾ ਲੋਨ ਆ ਉਹਦੀ ਸਿਕਿਉਰਿਟੀ ਹੈ, ਤਾਂ ਹੀ ਉਹ ਕੀ ਕਰਨਗੇ, ਲੋਨ ਦੇਣਗੇ। ਅਕਾਊਂਟਸ ਮੇਕਸ ਅਵੇਲੇਬਲ ਦੀ ਇਨਫੋਰਮੇਸ਼ਨ ਰਿਪੋਰਟ ਟੂ ਪਰਫਾਰਮੈਂਸ। ਜੇ ਆਪਣੇ ਅਕਾਊਂਟਿੰਗ ਪ੍ਰੋਪਰਲੀ ਬਣੀ ਹੋਊਗੀ ਤਾਂ ਆਪਾਂ ਜਿਹੜੀ ਇਨਫੋਰਮੇਸ਼ਨ ਹੈ ਉਹ ਪਰਫਾਰਮੈਂਸ ਬਿਜ਼ਨਸ ਦੀ ਉਹ ਸਾਰੀ ਦਿਖਾ ਸਕਦੇ ਹਾਂ। ਐਵੀਡੈਂਸ ਇਨ ਕੋਰਟ, ਜਿਹੜੀ ਸਿਸਟਮੈਟਿਕ ਰਿਕਾਰਡ ਆਫ ਟ੍ਰਾਂਜੈਕਸ਼ਨ ਕੀ ਹੈ, ਕੋਰਟ ਦੇ ਵਿੱਚ ਇੱਕ ਐਵੀਡੈਂਸ ਦੇ ਰੂਪ ਦੇ ਵਿੱਚ ਆਪਾਂ ਲਗੇ ਜਾ ਸਕਦੇ ਹਾਂ। ਫੈਸਿਲਿਟੀ ਸੇਲ ਆਫ ਬਿਜ਼ਨਸ, ਜੇ ਆਪਾਂ ਕੀ ਬਿਜ਼ਨਸ ਨੂੰ ਵੇਚਣਾ ਚਾਹੁੰਦੇ ਹਾਂ ਤਾਂ ਜਿਹੜੇ ਅਕਾਊਂਟਿੰਗ ਮੇਨਟੇਨ ਕੀਤੇ ਹੋਏ ਨੇ, ਅਸੈਟੈਂਸ ਦੀ ਪ੍ਰੋਪਰ ਪਰਚੇਜ਼ ਪ੍ਰਾਈਸ, ਬਿਜ਼ਨਸ ਦੀ ਜਿਹੜੀ ਪ੍ਰੋਪਰ ਹੈ, ਕਿੰਨੇ 'ਚ ਵੇਚਣਾ ਬਿਜ਼ਨਸ ਹੈ, ਉਹਦੀ ਕੰਸੀਡਰ ਕੀਤੀ ਜਾ ਸਕਦੀ ਹੈ। ਅਸਿਸਟੈਂਟ ਇਨ ਦੀ ਐਵੀਡੈਂਸ ਇਵੈਂਟ ਆਫ ਇਨਸੋਲਵੈਂਸੀ, insolvency procedure involve explaining many transactions that have taken place in the past, ਜਿਨ੍ਹਾਂ ਨੇ ਪਾਸਟ ਦੇ ਵਿੱਚ ਪਲੇਸ ਲਈ ਹੁੰਦੀ ਹੈ। ਸਿਸਟਮ ਅਕਾਊਂਟਿੰਗ ਰਿਕਾਰਡਸ ਅਸਿਸਟ ਏ ਗ੍ਰੇਟ ਡੀਲ ਇਨ ਸੱਚ ਸਿਚੁਏਸ਼ਨਸ, ਵੀ ਕੋਈ ਵੀ ਇਨਸੋਲਵੈਂਟ ਹੋ ਜਾਂਦਾ ਹੈ, ਠੀਕ ਹੈ, ਟ੍ਰਾਂਜੈਕਸ਼ਨ ਉਹ ਸਾਰੀਆਂ ਕੀ ਹੈ ਪਾਸਟ ਦੇ ਵਿੱਚ ਕੀ ਨੇ ਉਹ ਦੇਖੀਆਂ ਜਾਂਦੀਆਂ ਨੇ। ਹੈਲਪਫੁਲ ਇਨ ਪਾਰਟਨਰਸ਼ਿਪ ਅਕਾਊਂਟਸ, ਜਦੋਂ ਕੀ ਹੈ ਐਡਮਿਸ਼ਨਸ ਕਿਸੇ ਪਾਰਟਨਰ ਦੀ, ਰਿਟਾਇਰਮੈਂਟ ਪਾਰਟਨਰ ਜਿਹੜਾ ਤੁਸੀਂ ਕੀ ਕਰੋਗੇ ਪਾਰਟਨਰਸ਼ਿਪ +2 'ਚ ਕਰਾਂਗੇ, ਕੋਈ ਵੀ ਪਾਰਟਨਰ ਦੀ ਐਡਮਿਸ਼ਨ ਹੁੰਦੀ ਹੈ, ਰਿਟਾਇਰਮੈਂਟ ਹੁੰਦੀ ਹੈ, ਜਾਂ ਡੈਥ ਹੁੰਦੀ ਹੈ ਪਾਰਟਨਰ ਦੀ, ਜਾਂ ਡਿਸੋਲੂਸ਼ਨਸ ਆਫ ਦੀ ਫਰਮ ਹੁੰਦੀ ਹੈ, ਅਕਾਊਂਟਿੰਗ ਰਿਕਾਰਡ ਦੀ ਕੀ ਹੁੰਦੀ ਹੈ ਬਹੁਤ ਜ਼ਿਆਦਾ ਇੰਪੋਰਟੈਂਸ ਹੁੰਦੀ ਹੈ। ਅਤੇ ਕਿਉਂਕਿ ਇਹ ਸਾਰੀ ਬੇਸਿਸ ਆਫ ਹਰ ਇੱਕ ਟ੍ਰਾਂਜੈਕਸ਼ਨ ਦੀ ਸੈਟਲਮੈਂਟ ਕਿਸ ਤਰ੍ਹਾਂ ਕਰਨਾ ਉਹਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਨੈਕਸਟ ਆ ਜੋ ਲਿਮਿਟੇਸ਼ਨਸ ਆਫ ਅਕਾਊਂਟਿੰਗ, ਅਕਾਊਂਟ ਇਜ਼ ਨਾਟ ਫੁੱਲੀ ਐਗਜੈਕਟ, ਅਕਾਊਂਟਿੰਗ ਕੀ ਹੈ ਫੁੱਲੀ ਐਗਜੈਕਟ ਨਹੀਂ ਹੈਗਾ, ਇੰਸਪਾਈਟ ਆਫ ਵੈਦਰ ਟ੍ਰਾਂਜੈਕਸ਼ਨ ਕੀ ਹੈ ਸਾਰੀਆਂ ਐਵੀਡੈਂਸ ਦੇ ਬੇਸ 'ਤੇ ਹੁੰਦੇ ਨੇ। ਕੁਝ ਜਿਹੜੇ ਐਸਟੀਮੇਟ ਕੀਤੇ ਜਾਂਦੇ ਆ ਪ੍ਰੋਫਿਟ ਐਂਡ ਲੋਸ ਨੂੰ, ਜਿਵੇਂ ਐਗਜ਼ਾਮਪਲ ਆਪਾਂ ਕੀ ਕਰਦੇ ਹਾਂ, ਡਾਊਟਫੁਲ ਡੈਟਸ ਕੱਢਦੇ ਹਾਂ, ਜਦੋਂ ਤੁਸੀਂ ਅੱਗੇ ਕੱਢੋਗੇ ਡਾਊਟਫੁਲ ਡੈਟਸ ਕਿਹਦੇ ਬੇਸ 'ਤੇ ਆਪਾਂ ਪ੍ਰੋਵੀਜ਼ਨ ਬਣਾ ਲਵਾਂਗੇ 5%, ਪਰ ਉਸ ਤੋਂ ਕੀ ਹੈ ਜਿਹੜੇ ਡੈਟਸ ਨੇ ਉਹ ਵੱਧ ਵੀ ਸਕਦੇ ਆ ਘੱਟ ਵੀ ਸਕਦੇ। ਇਸ ਤਰ੍ਹਾਂ ਹੀ ਆਪਾਂ ਕੀ ਹੈ ਕੋਈ ਐਸੈਟਸ 'ਤੇ ਡੈਪਰੀਸ਼ੀਏਸ਼ਨ ਚਾਰਜ ਕਰਦੇ ਹਾਂ, ਇਹ ਵੀ ਆਪਾਂ ਕੀ ਕਰਦੇ ਹਾਂ ਉਹਦੀ ਐਸਟੀਮੇਟ ਯੂਜ਼ਫੁਲ ਲਾਈਫ ਐਸੈਟਸ ਦੇਖ ਲੈਂਦੇ, ਐਕਚੁਅਲ ਦੇ ਵਿੱਚ ਕੁਝ ਹੋਰ ਹੁੰਦਾ। ਉਸ ਤੋਂ ਅਨਰੀਅਲਿਸਟਿਕ ਇਨਫੋਰਮੇਸ਼ਨ, ਐਸੈਟਸ ਜਿਹੜੀਆਂ ਰਿਕਾਰਡ ਕੀਤੇ ਜਾਂਦੇ ਨੇ ਇਨ ਦੀ ਬੇਸਿਸ ਆਫ ਅਕਾਊਂਟਸ ਐਟ ਹਿਸਟੋਰੀਕਲ ਕੋਸਟ, ਅਤੇ ਜਿਹੜੀ ਡੈਪਰੀਸ਼ੀਏਟਸ ਓਵਰ ਦੇਅਰ ਐਸਟੀਮੇਟਡ ਯੂਜ਼ਫੁਲ ਲਾਈਫ, ਜਿਹੜੀਆਂ ਐਸੈਟਸ ਨੇ ਉਹ ਕੀ ਹੈ ਅਕਾਊਂਟ ਹਿਸਟੋਰੀਕਲ ਵੀ ਜਿਹੜੀ ਇੱਕ ਵਾਰ ਆਪਾਂ ਖਰੀਦ ਲਈ ਹੈ ਉਹਦੀ ਡੈਪਰੀਸ਼ੀਏਸ਼ਨ ਚਾਰਜ ਹੁੰਦਾ, ਉਹਦੀ ਮਾਰਕੀਟ ਪ੍ਰਾਈਸ ਕੀ ਹੈ ਇਹਨੂੰ ਆਪਾਂ ਇਗਨੋਰ ਕਰ ਦਿੰਦੇ ਹਾਂ, ਠੀਕ ਹੈ। ਫੈਕਟ ਦੈਟ ਦੀ ਐਸੈਟਸ ਆਰ ਰਿਕਾਰਡ ਐਸ ਹਿਸਟੋਰੀਕਲ ਐਸ ਏ ਰਿਜ਼ਲਟ ਕਰੰਟ ਵੈਲਿਊਜ਼ ਜਿਹੜੀਆਂ ਉਹਦੀਆਂ ਮਾਰਕੀਟ ਪ੍ਰਾਈਸ ਹੈ ਉਹਨੂੰ ਆਪਾਂ ਕੀ ਆ ਨਹੀਂ ਦੇਖਦੇ, ਇਸ ਕਰਕੇ ਇਹ ਆਪਾਂ ਨੂੰ ਪ੍ਰੋਪਰਲੀ ਇਨਫੋਰਮੇਸ਼ਨ ਡੈਪਰੀਸ਼ੀਏਸ਼ਨ ਦੀ ਨਹੀਂ ਦੇਣਗੇ, ਆਪਣੀ ਵੈਲਿਊ ਐਸੈਟ ਦੀ ਘੱਟ ਵੱਧ ਹੋ ਸਕਦੀ ਹੈ। ਅਕਾਊਂਟਿੰਗ ਇਗਨੋਰਸ ਦੀ ਕੁਆਲਿਟੀਵ ਐਲੀਮੈਂਟਸ, ਅਕਾਊਂਟਿੰਗ ਕੀ ਹੈ ਕੰਪਲੈਕਟਰੀ ਮੈਟਰਸ ਆਉਂਦੇ, ਸਿਰਫ ਆਪਾਂ ਕੀਤਾ ਸੀ ਇਹਦੇ ਵਿੱਚ ਆਪਾਂ ਫਾਈਨੈਂਸ਼ੀਅਲ ਅਤੇ ਮੋਨਟਰੀ ਜਿਹੜੀਆਂ ਟ੍ਰਾਂਜੈਕਸ਼ਨ ਨੇ ਉਹ ਲੈਣੀਆਂ ਨੇ, ਨੋਨ ਮੋਨਟਰੀ ਜਿਹੜੀਆਂ ਟ੍ਰਾਂਜੈਕਸ਼ਨ ਉਹ ਨਹੀਂ ਲੈਣੀਆਂ। ਜਿਸ ਤਰ੍ਹਾਂ ਕਿਸੇ ਦੀ ਕੁਆਲਿਟਿਵ ਐਲੀਮੈਂਟਸ ਕੀ ਹੈ, ਕੁਆਲਿਟੀ ਅਤੇ ਸਕਿੱਲ ਆਫ ਮੈਨੇਜਮੈਂਟ ਦੀ ਕੀ ਹੈ, ਸਟਾਫ ਦੀ ਕੀ ਹੈ, ਇੰਡਸਟਰੀਅਲ ਰਿਲੇਸ਼ਨਸ ਆਪਸ ਕੀ ਨੇ, ਪਬਲਿਕ ਰਿਲੇਸ਼ਨਸ ਕੀ ਨੇ, ਇਹ ਸਾਰੇ ਕੀ ਹੈ ਇਗਨੋਰ ਕੀਤੇ ਜਾਂਦੇ ਆ। ਉਸ ਤੋਂ ਅੱਗੇ ਜੋ ਅਕਾਊਂਟਿੰਗ ਇਗਨੋਰਸ ਦੀ ਇਫੈਕਟ ਆਫ ਪ੍ਰਾਈਸ ਲੈਵਲ, ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ, ਅਕਾਊਂਟਿੰਗ ਦੇ ਵਿੱਚ ਜਿਹੜੀਆਂ ਐਸੈਟਸ ਨੇ ਉਹਨਾਂ ਦੀ ਵੈਲਿਊ ਕੱਤ ਲਈ ਜਾਂਦੀ ਹੈ, ਹਿਸਟੋਰੀਕਲ ਕਾਸਟ 'ਤੇ ਲਈ ਜਾਂਦੀ ਹੈ। ਮਨੀ ਮੇਜਰਮੈਂਟ ਯੂਨਿਟ ਚੇਂਜਸ ਹੁੰਦੀ ਹੈ ਵੈਲਿਊ ਫਰੀਕੁਐਂਸੀ ਦੀ, ਕੀ ਹੈ ਰਮੇਨ ਇਹ ਸਟੇਬਲ ਨਹੀਂ ਰਹਿੰਦੀ ਹੈਗੀ। ਅਕਾਊਂਟਿੰਗ ਹਾਊਐਵਰ ਕੀ ਕਰਦਾ ਹੈ ਪ੍ਰਾਈਸ ਵੈਲਿਊ ਆਫ ਰਿਮੇਨਸ ਉਹ ਕੀ ਮੰਨ ਕੇ ਚੱਲਦਾ ਸਟੇਬਲ ਰਹੇਗੀ, ਜਿਹੜੀਆਂ ਪ੍ਰਾਈਸ ਲੈਵਲ ਚੇਂਜਸ ਹੈ ਉਹਨਾਂ ਨੂੰ ਕੀ ਹੈ ਆਪਾਂ ਕੰਸੀਡਰ ਨਹੀਂ ਕਰਦੇ ਹੈਗੇ, ਜਿਸ ਕਰਕੇ ਆਪਾਂ ਨੂੰ ਕਰੈਕਟ ਫਾਈਨੈਂਸ਼ੀਅਲ ਜਿਹੜਾ ਰਿਜ਼ਲਟ ਨਹੀਂ ਮਿਲਦਾ। ਅਕਾਊਂਟਿੰਗ ਮੇ ਲੀਡ ਟੂ ਵਿੰਡੋ ਡਰੈਸਿੰਗ, ਦ ਟਰਮ ਵਿੰਡੋ ਡਰੈਸਿੰਗ ਮੀਨਸ ਮੈਨੀਪੂਲੇਸ਼ਨਸ ਆਫ ਅਕਾਊਂਟਸ ਇਨ ਏ ਵੇ ਸੋ ਐਸ ਟੂ ਕੰਸੀਲ ਜਿਹੜੇ ਵਾਈਟਲ ਫੈਕਟਸ ਹੈ ਤਾਂ ਉਹ ਕਿ ਆਪਾਂ ਨੂੰ ਨਹੀਂ ਪਤਾ ਲੱਗ ਰਿਹਾ, ਵਿੱਚ ਆਪਾਂ ਨੂੰ ਕਿ ਬਿਜ਼ਨਸ ਦੀ ਬੈਟਰ ਪੋਜੀਸ਼ਨ ਦਿਖਾਉਂਦੇ ਆ, ਠੀਕ ਹੈ, ਐਕਚੁਅਲ ਦੇ ਵਿੱਚ ਕੁਛ ਹੋਰ ਹੁੰਦੀ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ ਵਿੰਡੋ ਡਰੈਸ, ਮਤਲਬ ਵਧਾ ਚੜਾ ਕੇ ਆਪਾਂ ਦਿਖਾਉਂਦੇ ਹਾਂ। ਇਨ ਦਿਸ ਸਿਚੁਏਸ਼ਨਸ ਇਨਕਮ ਸਟੇਟਮੈਂਟ ਡਜ਼ ਨਾਟ ਸ਼ੋ ਕਰੈਕਟ ਪ੍ਰੋਫਿਟ ਐਂਡ ਲੋਸ, ਅਤੇ ਬੈਲੈਂਸ ਸ਼ੀਟ ਵੀ ਆਪਾਂ ਨੂੰ ਪ੍ਰੋਵਾਈਡ ਨਹੀਂ ਕਰਦੇ ਹੈਗੇ ਟਰੂ, ਅਤੇ ਫਿਰ ਵੀ ਜਿਹੜੀ ਐਕਚੁਅਲੀ ਫਾਈਨੈਂਸ਼ੀਅਲ ਪੋਜੀਸ਼ਨ ਹੈ ਉਹ ਕੀ ਹੈ ਉਹ ਕਲੀਅਰ ਨਹੀਂ ਹੁੰਦੇ। ਹੁਣ ਰੋਲ ਆਫ ਅਕਾਊਂਟਿੰਗ ਇਨ ਬਿਜ਼ਨਸ, ਅਕਾਊਂਟਿੰਗ ਕੀ ਹੈ ਪ੍ਰੋਸੈਸ ਆਫ ਆਈਡੈਂਟੀਫਾਈਂਗ, ਮਾਇਰਿੰਗ, ਰਿਕਾਰਡਿੰਗ, ਕਲਾਸੀਫਾਈਂਗ, ਸਮਰਾਈਜ਼ਿੰਗ, ਐਨਾਲਾਈਜ਼ਿੰਗ, ਇੰਟਰਪ੍ਰੀਟਿੰਗ ਅਤੇ ਕਮਿਊਨੀਕੇਟਿੰਗ ਫਾਈਨੈਂਸ਼ੀਅਲ ਇਨਫੋਰਮੇਸ਼ਨ ਆਫ ਦੀ ਬਿਜ਼ਨਸ ਕਿਸ ਤਰ੍ਹਾਂ ਹੁੰਦੀ ਹੈ। ਫੋਲੋਇੰਗ ਕਿਹੜੇ ਪੁਆਇੰਟਸ ਨੇ ਹਾਈਲਾਈਟ ਕਰਦੇ ਆ ਰੋਲ ਆਫ ਅਕਾਊਂਟਿੰਗ, ਮੇਨਟੇਨਿੰਗ ਦੀ ਸਿਸਟਮੈਟਿਕ ਰਿਕਾਰਡ,
ਪ੍ਰਾਇਮਰੀ ਰੋਲ ਆਫ ਅਕਾਊਂਟਿੰਗ ਕੀ ਹੈ, ਜਿਹੜੇ ਰਿਕਾਰਡਸ ਨੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦੇ ਉਹਨਾਂ ਨੂੰ ਇਨ ਆਰਡਰ ਆਪਾਂ ਸਿਸਟਮੈਟਿਕ ਕਰਦੇ ਹਾਂ ਤਾਂ ਕਿ ਆਪਾਂ ਨੂੰ ਨੈੱਟ ਪ੍ਰੋਫਿਟ, ਨੈੱਟ ਲੋਸ ਬਿਜ਼ਨਸ ਦਾ ਅਕਾਊਂਟਿੰਗ ਪੀਰੀਅਡ ਦਾ ਜਾਂ ਫਾਈਨੈਂਸ਼ੀਅਲ ਪੋਜੀਸ਼ਨ ਦੀ ਪਾਰਟੀਕੂਲਰ ਡੇਟ ਦੇ ਉੱਤੇ ਕੀ ਹੈ ਇਹਦਾ ਪਤਾ ਲੱਗਦਾ। ਅਸਿਸਟੈਂਟਸ ਟੂ ਮੈਨੇਜਮੈਂਟ, ਅਕਾਊਂਟਿੰਗ ਅਸਿਸਟ ਦੀ ਮੈਨੇਜਮੈਂਟ ਕੀ ਅਵੇਲੇਬਲ ਫਾਈਨੈਂਸ਼ੀਅਲ ਇਨਫੋਰਮੇਸ਼ਨ ਪ੍ਰੋਵਾਈਡ ਕਰਕੇ ਅਤੇ ਰੈਸ਼ਨਲ ਡਿਸੀਜਨ ਮੇਕਿੰਗ ਕਰਕੇ ਇਹ ਬਿਜ਼ਨਸ ਨੂੰ ਹੈਲਪਫੁਲ ਹੁੰਦੀ ਹੈ, ਮੈਨੇਜਮੈਂਟ ਨੂੰ ਹੈਲਪਫੁਲ ਹੁੰਦੀ ਹੈ। ਫੈਸਿਲਿਟੇਟਿੰਗ ਕੰਪੈਰੀਟਿਵ ਸਟੱਡੀ, ਸਿਸਟਮੈਟਿਕ ਰਿਕਾਰਡ ਆ ਜਿਹੜੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦਾ ਕੰਪੈਰੀਜ਼ਨ ਇੱਕ ਸਾਲ ਦੇ ਜਿਹੜੇ ਰਿਜ਼ਲਟ ਨਾਲ ਆਪਾਂ ਦੂਜੇ ਸਾਲ ਦੇ ਰਿਜ਼ਲਟ ਦੇ ਨਾਲ ਦੇਖ ਸਕਦੇ ਹਾਂ। ਐਵੀਡੈਂਸ ਇਨ ਕੋਰਟ, ਅਕਾਊਂਟਿੰਗ ਰਿਕਾਰਡਸ ਕੀ ਆ ਆਫਨ ਜਿਹੜੇ ਸੈਕਟਰ ਕੀ ਆ ਕੋਰਟ ਦੇ ਵਿੱਚ ਗੁੱਡ ਐਵੀਡੈਂਸ ਦੇ ਤੌਰ 'ਤੇ ਵਰਤੇ ਜਾਂਦੇ ਆ। ਹੋਰ ਕੀ ਹੈ ਪ੍ਰੋਪਰ ਅਕਾਊਂਟਿੰਗ ਰਿਕਾਰਡਸ ਆਡਿਟਰਸ ਦੀ ਨੈਸੈਸਿਟੀ ਟੂ ਰਿਮੈਂਬਰ, ਸਾਰੀਆਂ ਜਿਹੜੇ ਬਿਜ਼ਨਸ ਟ੍ਰਾਂਜੈਕਸ਼ਨ ਨੇ ਰਿਮੈਂਬਰ ਨਹੀਂ, ਯਾਦ ਨਹੀਂ ਰਹਿੰਦੀਆਂ, ਸਾਰੀਆਂ ਇਹਦੇ ਵਿੱਚ ਰਿਕਾਰਡ ਰੱਖੀਆਂ ਜਾਂਦੀਆਂ ਨੇ। ਰੇਜ਼ਿੰਗ ਲੋਨ ਦੇ ਵਿੱਚ ਹੈਲਪਫੁਲ ਕਰਦਾ। ਸੇਲ ਆਫ ਬਿਜ਼ਨਸ ਵੀ ਉਹਦੀ ਪ੍ਰੋਪਰ ਪਰਚੇਜ ਪ੍ਰਾਈਸ ਕੀ ਹੈ। ਸੈਟਲਮੈਂਟ ਜਿਹੜੀਆਂ ਟੈਕਸ ਅਥਾਰਟੀ ਨੇ ਉਹਨਾਂ ਦੇ ਲਈ ਵੀ ਹੈਲਪਫੁਲ ਕਰਦੇ। ਹੁਣ ਅਕਾਊਂਟਿੰਗ ਪ੍ਰੋਸੈਸ ਕੀ ਹੈ, ਬੇਸਡ ਔਨ ਦੀ ਐਟਰੀਬਿਊਟਸ ਆਫ ਅਕਾਊਂਟਿੰਗ ਸਟੈਪਸ। ਪਹਿਲੇ ਕੀ ਹੈ, ਸਭ ਤੋਂ ਪਹਿਲਾਂ ਆਪਾਂ ਕੀ ਕਰਨਾ, ਜਿਵੇਂ ਪਹਿਲਾਂ ਵੀ ਕਰ ਚੁੱਕੇ ਆ, ਆਇਡੈਂਟੀਫਾਈ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਅਤੇ ਈਵੈਂਟਸ। ਪਹਿਲਾਂ ਆਪਾਂ ਦੇਖਣੇ ਆ ਵੀ ਕੋਈ ਟ੍ਰਾਂਜੈਕਸ਼ਨ ਫਾਈਨੈਂਸ਼ੀਅਲ ਹੈ ਜਾਂ ਨੋਨ ਫਾਈਨੈਂਸ਼ੀਅਲ ਹੈ। ਫਿਰ ਅੱਗੋਂ ਉਹਦੀ ਕੀ ਕਰਨੀ ਆ, ਰਿਕਾਰਡਿੰਗ ਕਰਨੀ ਆ, ਫਿਰ ਉਹਨੂੰ ਜਰਨਲ ਦੇ ਵਿੱਚ ਲੈ ਕੇ ਜਾਣਾ, ਫਿਰ ਉਹਦੀ ਕਲਾਸੀਫਾਈ ਕਰਨੀ, ਉਹਨੂੰ ਲੈਜਰਾਂ ਦੇ ਵਿੱਚ ਕਰਨਾ, ਸਮਰੀਜ਼ ਕਰਨੀ, ਉਹਦੀ ਟ੍ਰਾਇਲ ਬੈਲੈਂਸ ਬਣਾਉਣਾ, ਫਿਰ ਐਨਾਲਾਈਜ਼ ਅਤੇ ਇੰਟਰਪ੍ਰੀਟਿੰਗ ਕਰਨੀ ਆ ਉਹਦੀ, ਅਤੇ ਕਮਿਊਨੀਕੇਟਿੰਗ ਜਿਹੜੇ ਉਹਦੇ ਯੂਜ਼ਰਸ ਨੇ ਉਹਨਾਂ ਕਰਨਾ। ਅਕਾਊਂਟਿੰਗ ਪ੍ਰੋਸੈਸ ਕੀ ਹੈ, ਇਹਨਾਂ ਨੇ ਇੱਕ ਦੇਖੋ ਬਣਾਇਆ ਹੋਇਆ ਟੇਬਲ, ਇਹਦੇ ਦਾ ਗ੍ਰਾਫ, ਇਹਦੇ ਮੁਤਾਬਕ ਦੇਖੋ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਅਤੇ ਈਵੈਂਟਸ ਦੇਖਣੇ ਆ। ਫਿਰ ਉਹਦੇ ਵਿੱਚੋਂ ਕਿੱਥੇ ਜਾਏਗੀ ਰਿਕਾਰਡਿੰਗ ਕਰਨੀ ਆ, ਰਿਕਾਰਡਿੰਗ ਕਿੱਥੇ ਜਾਏਗੀ ਆਪਣੀ ਜਰਨਲ ਦੇ ਵਿੱਚ, ਕੈਸ਼ ਬੁੱਕ, ਪਰਚੇਜ ਬੁੱਕ, ਸੇਲ ਬੁੱਕ, ਪਰਚੇਜ ਰਿਟਰਨ ਬੁੱਕ, ਸੇਲ ਰਿਟਰਨ ਬੁੱਕ, ਬਿੱਲ ਪੇਬਲ ਬੁੱਕ, ਬਿੱਲ ਰਿਸੀਵੇਬਲ ਬੁੱਕ ਅਤੇ ਜਰਨਲ ਪ੍ਰੋਪਰ, ਸਾਰੀਆਂ ਬੁੱਕਸ ਤੁਸੀਂ ਅਕਾਊਂਟਸ ਦੇ ਵਿੱਚ ਕਰੋਗੇ। ਕਮਿਊਨੀਕੇਟਿੰਗ ਟੂ ਯੂਜ਼ਰਸ, ਉਹਨਾਂ ਦਾ ਅੱਗੇ ਕੀ ਹੈ ਕਲਾਸੀਫਾਈਂਗ, ਪੋਸਟਿੰਗ ਅਤੇ ਲੈਜਰਸ। ਇਹਦੇ ਵਿੱਚ ਕੀ ਆ ਗਿਆ ਆਪਣਾ ਸਮਰੀ 'ਚ ਟ੍ਰਾਇਲ ਬੈਲੈਂਸ, ਟ੍ਰੇਡਿੰਗ ਅਤੇ ਪ੍ਰੋਫਿਟ ਐਂਡ ਲਾਸ ਅਤੇ ਬੈਲੈਂਸ ਸ਼ੀਟ। ਫਿਰ ਐਨਾਲਾਈਜ਼ ਅਤੇ ਇੰਟਰਪ੍ਰੀਟਿੰਗ ਕਰਨੀ ਹੈ ਅਤੇ ਉਹ ਯੂਜ਼ਰਸ ਨੂੰ ਉਹ ਹੈਲਪਫੁਲ ਹੋ ਜਾਏ। ਬ੍ਰਾਂਚਿਸ ਆਫ ਅਕਾਊਂਟਿੰਗ, ਚੇਂਜਸ ਟਾਈਮ ਦੇ ਨਾਲ ਸਪੈਸ਼ਲਾਈਜ਼ ਬ੍ਰਾਂਚਿਸ ਆਫ ਅਕਾਊਂਟਿੰਗ ਕੀ ਹੋ ਰਹੀਆਂ ਨੇ, ਮਰਜ ਹੋ ਰਹੀਆਂ ਨੇ, ਚੇਂਜ ਰਿਕੁਆਇਰਮੈਂਟ, ਜਿਹਦੇ ਵਿੱਚ ਕੀ ਹੈ ਫਾਈਨੈਂਸ਼ੀਅਲ ਅਕਾਊਂਟ ਹੈ, ਕੋਸਟ ਅਕਾਊਂਟਿੰਗ ਅਤੇ ਮੈਨੇਜਮੈਂਟ ਅਕਾਊਂਟਿੰਗ ਹੈ। ਫਾਈਨੈਂਸ਼ੀਅਲ ਅਕਾਊਂਟਿੰਗ ਕੀ ਉਹ ਬ੍ਰਾਂਚ ਆਫ ਅਕਾਊਂਟ ਹੈ ਜਿਹੜੇ ਰਿਕਾਰਡਸ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਅਤੇ ਈਵੈਂਟ ਸਮਰੀਜ਼ ਅਤੇ ਇੰਟਰਪਸ਼ਨਸ ਬਿਫੋਰ ਕਮਿਊਨੀਕੇਟਿੰਗ ਦਾ ਰਿਜ਼ਲਟਸ ਟੂ ਦੀ ਯੂਜ਼ਰਸ, determine profit and or loss incurred during an accounting period, usually years, and the financial position on the date when the accounting period ends. The end product of financial accounting की तैयार करना profit and loss account the period ended which shows profit and or loss incurred, and the balance sheet as on the last day of accounting period ਜਿਹੜੀ ਕਿ ਆਪਾਂ ਨੂੰ financial position show ਕਰਦੀ ਹੈ। ਜੇ ਸ਼ੋਰਟ ਦੇ ਵਿੱਚ ਦੇਖੀਏ ਫਾਈਨੈਂਸ਼ੀਅਲ ਅਕਾਊਂਟਿੰਗ ਕਨਫਾਈਨ ਪ੍ਰੈਪਰੇਸ਼ਨਸ ਆਫ ਫਾਈਨੈਂਸ਼ੀਅਲ ਅਕਾਊਂਟਿੰਗ, ਪ੍ਰੋਫਿਟ ਜੀ ਤੋਂ ਪ੍ਰੋਫਿਟ ਐਂਡ ਲਾਸ ਅਤੇ ਬੈਲੈਂਸ ਸ਼ੀਟ ਬਣਦਾ ਜਿਹਦੇ ਅਕਾਊਂਟਿੰਗ ਇਨਫੋਰਮੇਸ਼ਨ ਜ਼ਰੂਰਤ ਹੁੰਦੀ ਹੈ। ਤੁਸੀਂ ਜਿਹੜਾ ਅਕਾਊਂਟਿੰਗ ਬਣਾਉਣਾ ਹੈ ਤੁਸੀਂ ਕਰਨਾ ਉਹ ਫਾਈਨੈਂਸ਼ੀਅਲਸ ਅਕਾਊਂਟਿੰਗ ਹੈ। ਨੈਕਸਟ ਆ ਜੋ ਕੋਸਟ ਅਕਾਊਂਟਿੰਗ, ਬ੍ਰਾਂਚ ਆਫ ਅਕਾਊਂਟਿੰਗ ਕੰਸਰਨਡ ਵਿਦ ਦ ਸਰਟਨ ਕੋਸਟ ਆਫ ਪ੍ਰੋਡਕਟਸ, ਆਪਰੇਸ਼ਨਸ, ਪ੍ਰੋਸੈਸ ਜਾਂ ਐਕਟੀਵਿਟੀ। ਇਹ ਬ੍ਰਾਂਚ ਆਫ ਅਕਾਊਂਟਿੰਗ ਹੈ ਜਿਹੜੀ ਡੀਲਸ ਕੀ ਕਰਦੇ ਆ ਰਿਕਾਰਡਿੰਗ ਕੋਸਟ ਵਿਦ ਦਾ ਆਬਜੈਕਟਿਵ ਆਫ ਅਸਰਟਿੰਗ, ਰਿਡਿਊਸਿੰਗ ਐਂਡ ਕੰਟਰੋਲਿੰਗ ਕੋਸਟ। ਮੈਨੇਜਮੈਂਟ ਅਕਾਊਂਟਿੰਗ ਕੀ ਆ ਉਹ ਮੋਸਟ ਰੀਸੈਂਟਲੀ ਡਿਵੈਲਪ ਬ੍ਰਾਂਚ ਆਫ ਅਕਾਊਂਟਿੰਗ ਹੈ ਕੰਸਰਨਡ ਵਿਦ ਜਨਰੇਟਿੰਗ ਅਕਾਊਂਟਿੰਗ ਇਨਫੋਰਮੇਸ਼ਨ, ਜਿਹਦੇ ਵਿੱਚ ਕੀ ਹੈ ਰਿਲੇਟਿੰਗ ਫੰਡਸ ਹੁੰਦੇ ਆ, ਠੀਕ ਹੈ, ਕੋਸਟ ਹੁੰਦੀ ਆ, ਪ੍ਰੋਫਿਟਸ ਹੁੰਦੇ ਆ, ਸਾਰੇ ਮੈਨੇਜਮੈਂਟ ਜਿਹਦੇ ਥਰੂ ਕੀ ਕਰ ਸਕਦੀ ਹੈ ਡਿਸੀਜਨਸ ਲੈ ਕੇ, ਜਿਹਦੇ ਵਿੱਚ ਤੁਸੀਂ ਰੇਸ਼ੋ ਐਨਾਲਾਈਜ਼ ਕਰਦੇ ਹੋ, ਕੈਸ਼ ਫਲੋ ਸਟੇਟਮੈਂਟ ਕੱਢਦੇ ਹੋ ਸਾਰਾ। ਵੀ ਸੇ ਮੈਨੇਜਮੈਂਟ ਅਕਾਊਂਟਿੰਗ ਐਡਰੈਸਿਸ ਦੀ ਨੀਡਸ ਆਫ ਏ ਸਿੰਗਲ ਯੂਜ਼ਰ, ਜੇ ਸਿਰਫ ਕਿਹਦੇ ਲਈ ਹੁੰਦੇ ਆ ਸਿੰਗਲ ਯੂਜ਼ਰ ਗਰੁੱਪ ਜਿਹੜਾ ਮੈਨੇਜਮੈਂਟ ਲਈ ਹੁੰਦੇ ਆ, ਜਿਹਨੇ ਕੀ ਹੈ ਮੈਨੇਜਮੈਂਟ ਦੇ ਡਿਸੀਜਨਸ ਲੈਣੇ ਆ। ਨੈਕਸਟ ਹੈ ਜੋ ਬੁੱਕ ਕੀਪਿੰਗ ਅਕਾਊਂਟਿੰਗ ਐਂਡ ਅਕਾਊਂਟੈਂਸੀ। ਆਮ ਕੀ ਹੈ ਹਰ ਇੱਕ ਕੀ ਕਹਿੰਦਾ ਬੁੱਕ ਕੀਪਿੰਗ ਅਕਾਊਂਟਿੰਗ ਅਤੇ ਅਕਾਊਂਟੈਂਸੀ ਸੇਮ, ਬਟ ਤਿੰਨੋਂ ਕੀ ਹੈ ਸੇਮ ਨਹੀਂ ਹੈ। ਟਰਮਸ ਬੁੱਕ ਕੀਪਿੰਗ ਅਕਾਊਂਟਿੰਗ ਆਫਨ ਕੰਸੀਡਰਡ ਐਸ ਸੇਮ ਇਜ਼ ਨਾਟ ਕੀ ਹੈ ਕਰੈਕਟ ਨਹੀਂ ਹੈਗਾ। ਟੂ ਟਰਮਸ ਆਰ ਡਿਫਰੈਂਟ ਫਰੋਮ ਈਚ ਅਦਰ, ਤਿੰਨੇ ਅਲੱਗ ਅਲੱਗ ਹੈ। ਅਕਾਊਂਟਿੰਗ ਕੀ ਹੈ ਵਾਈਡਰ ਕੰਸੈਪਟ ਹੈ ਅਤੇ ਜਿਹੜੀ ਬੁੱਕ ਕੀਪਿੰਗ ਹੈ ਉਹ ਉਹਦੇ ਵਿੱਚ ਇਨਕਲੂਡਸ ਹੈ ਅਕਾਊਂਟਿੰਗ। ਬੁੱਕ ਕੀਪਿੰਗ ਕੀ ਹੈ ਮੀਨਿੰਗ ਆਫ ਬੁੱਕ ਕੀਪਿੰਗ, ਬੁੱਕ ਕੀਪਿੰਗ ਇੱਕ ਪਾਰਟ ਆਫ ਅਕਾਊਂਟਿੰਗ ਹੈ ਜਿਹਦੇ ਵਿੱਚ ਕੀ ਹੈ ਪ੍ਰੋਸੈਸ ਆਫ ਰਿਕਾਰਡਿੰਗ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਅਤੇ ਈਵੈਂਟਸ ਇਨ ਦੀ ਬੁੱਕਸ ਆਫ ਅਕਾਊਂਟਿੰਗ।
सिर्फ फाइनैंशियल ट्रांजैक्शन रिकॉर्डिंग करनियां ने जिहड़ियां की है सब तो पहलां की करनियां ने बुक कीपिंग आइडेंटिफाई फाइनैंशियल ट्रांजैक्शनस उन्होंने मनी दी टर्म दे विच मेजर करना रिकॉर्डिंग दी आइडेंटिफाई फाइनैंशियल ट्रांजैक्शन एंड ईवेंट्स इन द बुक्स ऑफ अकाउंट ते क्लासीफाई करना रिकॉर्ड ट्रांजैक्शन ते ईवेंट्स ते उन्होंने लैजर च पोस्ट करना जिहड़ा ट्राइबल तक दा पोर्शन होएगा वो कदा बुक कीपिंग दा पोर्शन होएगा। बुक कीपिंग एंड आर्ट ऑफ रिकॉर्डिंग इन द बुक्स ऑफ अकाउंट द मॉनिटरी ते फाइनैंशियल ट्रांजैक्शन ये चीज़ स्पैशली तुसीं ध्यान रखना। बुक कीपिंग आर्ट ऑफ रिकॉर्डिंग बिजनेस डीलिंग इन ए सैट ऑफ बुक्स। नेक्स्ट की है बुक कीपिंग इज़ द साइंस and art of recording correctly in the books of account all those business transactions that results in the transfer of money or money's worth. Bookkeeping is the art of recording business transaction in a systematic manner. नैक्सट है जो बुक कीपिंग मतलब स्टार्टिंग है जी तुहाडी ये सारा की है बुक कीपिंग का पार्ट है जिहदे विच रिकॉर्डिंग रखनियां आपां ते फाइनैंशियल ट्रांजैक्शन देखनियां ने मॉनिटरी है या नॉन मॉनिटरी है सारा बुक कीपिंग है। अकाउंटिंग की है कि वाइडर है कंसैप्ट बुक कीपिंग दे स्टार्ट्स जेर जिथों बुक कीपिंग एंड हुंदा उत्थों की है अकाउंटिंग की है स्टार्ट हुंदी है। बुक कीपिंग पहलां भी दस्सिआ एक अकाउंटिंग का पार्ट है। डिफरेंस की है बुक कीपिंग एंड अकाउंटिंग। बुक कीपिंग इज़ कंसर्नड विद आइडेंटिफाइंग फाइनैंशियल ट्रांजैक्शन ते ईवेंट्स मेजरिंग दैन मनी और मनी टर्म्स दे विच उत्ते उन्हां नूं क्लासीफाई करना। अकाउंटिंग साइड समराइजिंग द रिकॉर्ड ट्रांजैक्शन ईवेंट्स एंड इंटरप्रेटिंग एंड कम्युनिकेट ये विच अपना क्या जो अकाउंटिंग विच ट्रायल बैलेंस तो ट्रेडिंग अकाउंट प्रॉफिट एंड लॉस बैलेंस शीट की है। प्राइमरी स्टेज आ बुक कीपिंग अकाउंटिंग दी एक ही है सेकेंडरी स्टेज है जिथों बिगिनस बुक कीपिंग का एंड होंदा उत्थों ये स्टार्ट होंदी है। ऑब्जेक्ट की है बुक कीपिंग टू मेनटेन सिस्टमैटिक रिकॉर्ड फाइनैंशियल ट्रांजैक्शन। इसका ऑब्जेक्ट की है सर्टन नैट रिजल्ट्स ऑफ ऑपरेशंस एंड फाइनैंशियल पोजीशंस कम्युनिकेट इनफॉर्मेशन टू इंटरस्टेड। पहला की है तो ट्रायल बैलेंस तो आप करनी है नैट प्रॉफिट नैट लॉस कढ़ना या फाइनैंशियल पोजीशन बैलेंस शीट तो कढ़नी है तो फिर उन्होंने जोड़े इंटरस्टेड पार्टीज़ ने उन्होंने कम्युनिकेट करना। नेचर ऑफ जॉब इसकी है रूटीन दी है नेचर की जॉब एक ही है एनालिटिक ते डायनेमिक है नेचर के विच। इट इज़ रूटीन वर्क है परफॉर्म जूनियर स्टाफ भी इनू कर सकता कि है स्पैशलाइज्ड फंक्शन परफॉर्मड बाय सीनियर स्टाफ ये काम कर सकता अकाउंटिंग का। बुक कीपिंग की है मैकेनिकल है नेचर एंड डज नॉट रिक्वायर स्पैशल स्किल्स नहीं करती जरूरत है। अकाउंटिंग की रिक्वायर्स स्पैशल स्किल्स एबिलिटी है एनालाइज ते इंटरप्रेटिंग दी डाटा। नैक्सट है जो अकाउंटेंसी की है सिस्टमैटिक नॉलेज है अकाउंटिंग दी। इट एक्सप्लेन्स हाउ टू डील विद वेरीअस एस्पैक्ट ऑफ अकाउंटिंग के अलग अलग एस्पैक्ट किस तरह देखना। एजुकेट अस हाउ टू मेनटेन दी बुक्स ऑफ अकाउंट दी बुक्स किस तरह मेनटेन करनियां ने तो उन्होंने समराइज अकाउंटिंग इनफॉर्मेशन ते कम्युनिकेटेड यूजर्स ने किस तरह करनी। इन अदर वर्ड्स अकाउंटेंसी रेफरेंस टू एंटायर बॉडी ऑफ थ्योरी ते प्रैक्टिस ऑफ अकाउंटिंग ਜਿਹੜੇ ਇਹਦੇ ਵਿੱਚ ਕੀ ਹੈ ਕਿਸ ਤਰ੍ਹਾਂ ਆਪਾਂ ਡੀਲ ਕਰਨਾ ਵੇਰੀਅਸ ਐਸਪੈਕਟ ਉਹਨਾਂ ਸਿਸਟਮੈਟਿਕ ਆਪਾਂ ਨੌਲੇਜ ਹੈ ਜਿਹੜੀ ਅਕਾਊਂਟਿੰਗ ਦੀ ਠੀਕ ਆ ਉਹਨੂੰ ਅਕਾਊਂਟੈਂਸੀ ਕਹਿੰਦੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਡੀਲ ਕਰਨਾ ਅਕਾਊਂਟਿੰਗ ਨੂੰ ਜਿਹੜੇ ਅਲੱਗ-ਅਲੱਗ ਐਸਪੈਕਟ ਨੇ ਤੇ ਆਪਾਂ ਨੂੰ ਐਜੂਕੇਟ ਕਰਦੀ ਆ ਵੀ ਬੁੱਕਸ ਦੀਆਂ ਜਿਹੜੀਆਂ ਅਕਾਊਂਟ ਦੀਆਂ ਬੁੱਕਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਮੇਨਟੇਨ ਕਰਨਾ ਤੇ ਅਕਾਊਂਟਿੰਗ ਇਨਫੋਰਮੇਸ਼ਨ ਆ ਉਹਦੀ ਸਮਰਾਈਜ਼ ਕਿਸ ਤਰ੍ਹਾਂ ਕਰਨੀ ਹੈ ਤੇ ਜਿਹੜੇ ਉਹਦੇ ਯੂਜ਼ਰਸ ਨੇ ਉਹ ਕਿਸ ਤਰ੍ਹਾਂ ਮਤਲਬ ਇੱਕ ਜਿਹੜੀ ਨੌਲੇਜ ਹੈ ਸਿਸਟਮੈਟਿਕ ਉਹਨੂੰ ਆਪਾਂ ਕੀ ਕਹਿੰਦੇ ਆ ਅਕਾਊਂਟੈਂਸੀ। अकाउंटिंग रेफरेंस टू अंटायर बॉडी ऑफ थ्योरी एंड प्रैक्टिस ऑफ अकाउंटिंग दोनों पार्ट ये होंगे अकाउंटिंग की थ्योरी भी तो प्रैक्टिस भी मतलब अपन नॉलेज होएगी जब आप प्रैक्टिस करांगे। अकाउंटिंग एंड अकाउंटेंसी इज़ नॉलेज बेयरस अकाउंटिंग इज़ एक्शन या प्रोसैस। अकाउंटेंसी नॉलेज है तो अकाउंटिंग एक की है प्रोसैस है जिहदे थ्रू आपां चलदे हां। अकाउंटिंग प्रोसैस कैरीड आउट दी बेसिस जिहड़े रूल्स ते प्रिंसीपल फ्रेम अकाउंटेंसी ने जिहड़े रूल्स ते प्रिंसीपल फ्रेम कीते हैं उहदे थ्रू की करदे हैं अकाउंटिंग प्रोसैस चलदा। इस भी कह सकते हैं अकाउंटिंग की है नॉलेज ऑफ अकाउंटिंग की है एप्लीकेशनस ऑफ अकाउंटेंसी। जिहड़ी अकाउंटिंग की नॉलेज है अकाउंटेंसी कहने हैं जिहड़ी अकाउंटिंग की एप्लीकेशनस है वो की होगी अकाउंटेंसी मतलब अपन नॉलेज होनी चाहिए। नैक्सट है जो अकाउंटिंग इन्फॉर्मेशन। अकाउंटिंग है कि एक सर्विस एक्टिविटी इट्स फंक्शंस की है प्रोवाइड क्वालिटेटिव इन्फॉर्मेशन प्राइमरी फाइनेंशियल इन नेचर अबाउट इकोनॉमिक
entities that ਕੀ ਹੈ useful making accounting decisions। accounting informations ਕੀ ਹੈ information accounting ਕੀ ਕਲੈਕਟ ਕਰਦੀ ਹੈ ਸਰ ਫਾਈਨੈਂਸ਼ੀਅਲ ਡਾਟਾ ਕਰਦੀ ਹੈ। ਫਿਰ ਉਹਨੂੰ ਕੀ ਹੈ ਬੁੱਕਸ ਆਫ ਅਕਾਊਂਟ ਦੇ ਵਿੱਚ ਜਰਨਲ ਲੈਜਰ ਉਹਨਾਂ ਦੇ ਵਿੱਚ ਐਂਟਰੀ ਕਰਦੀ ਹੈ ਤੇ ਫਿਰ ਉਹਨਾਂ ਨੂੰ ਕਲਾਸੀਫਾਈ ਕਰਦੇ ਪਹਿਲਾਂ ਉਹਨਾਂ ਨੂੰ ਬੁੱਕਸ ਆਫ ਅਕਾਊਂਟ ਦੇ ਵਿੱਚ ਜਰਨਲ ਦੇ ਵਿੱਚ ਐਂਟਰ ਕਰਦੀ ਹੈ ठीक है। फिर ਜਾਂ कैश बुक वगैरह फिर उस तो बाद लेजर ਦੇ ਵਿੱਚ ਕਲਾਸੀਫਾਈ ਕਰਦੀ ਹੈ। ਫਿਰ ट्रायल बैलेंस ਨਾਲ ਸਮਰੀ ਪ੍ਰੋਡਿਊਸ ਕਰਦੀ ਹੈ ਤੇ ਟ੍ਰੇਡਿੰਗ ਐਂਡ प्रॉफिट एंड लॉस ਤੇ बैलेंस शीट ਬਣਦੀ ਹੈ ਤੇ ਉਹਦੇ ਬਾਅਦ ਕੀ ਹੈ ਕਮਿਊਨੀਕੇਟਰ ਜਿਹੜੇ ਉਹਦੇ ਯੂਜ਼ਰਸ ਨੇ ਉਹਨਾਂ ਨੂੰ ਕੀਤੀ ਜਾਂਦੀ ਹੈ। ਅਕਾਊਂਟਿੰਗ ਬਿਗਨਸ ਵਿਦ ਦੀ ਆਇਡੈਂਟੀਫਿਕੇਸ਼ਨਸ ਆਫ ਟ੍ਰਾਂਜੈਕਸ਼ਨ ਆਫ ਫਾਈਨੈਂਸ਼ੀਅਲ ਨੇਚਰ ਕਿਤੋਂ ਸ਼ੁਰੂ ਹੁੰਦੀ ਹੈ ट्रांजैक्शन ਜਿਹੜੀਆਂ ਫਾਈਨੈਂਸ਼ੀਅਲ ਨੇਚਰ ਦੀਆਂ ਨੇ ਉੱਥੋਂ ਸ਼ੁਰੂ ਹੁੰਦੀ ਹੈ ਤੇ ਐਂਡਸ ਕੀ ਹੈ ਪ੍ਰੈਪਰੇਸ਼ਨਸ ਆਫ ਫਾਈਨੈਂਸ਼ੀਅਲ ਸਟੇਟਮੈਂਟ ਇਨਕਮ ਸਟੇਟਮੈਂਟ ਤੇ बैलेंस शीट ਦਾ ਐਂਡ ਹੁੰਦਾ। हर एक स्टैप ऑफ प्रोसैसिंग अकाउंट जनरेट इनफॉर्मेशन जनरेट करता है। जनरेशन ऑफ इनफॉर्मेशन की है एक अपने आप एक एंड नहीं हैगा। इट इज़ वे ऑफ सिलेक्टेड कम्युनिकेटिंग ऑफ यूजर्स ऑफ अकाउंटिंग इनफॉर्मेशंस। नेक्स्ट है जो टाइप ऑफ अकाउंटिंग इनफॉर्मेशन। अकाउंटिंग इनफॉर्मेशन रेफर्स टू फाइनेंशियल स्टेटमेंट्स जनरेटेड थ्रू द प्रोसेस ऑफ बुक कीपिंग यूज ऑफ विच हेल्प्स द यूजर्स टू अराइव एट डिसीजनस। ठीक है जी। अकाउंटिंग इनफॉर्मेशंस की है फाइनैंशियल स्टेटमेंट ਜਿਹੜੇ ਆਪਾਂ ਜਨਰੇਟ ਕੀਤੇ ਨੇ ਬੁੱਕ ਕੀਪਿੰਗ ਦੇ ਥਰੂ ਪ੍ਰੋਸੈਸ ਆਫ ਬੁੱਕ ਕੀਪਿੰਗ ਉਹਦੇ ਯੂਜ਼ ਹੈਲਪ ਜਿਹੜੇ ਅਲੱਗ-ਅਲੱਗ ਹੈ ਮਤਲਬ ਅਕਾਊਂਟਿੰਗ ਇਨਫੋਰਮੇਸ਼ਨ ਅਲੱਗ-ਅਲੱਗ ਜਿਹੜੇ ਉਹਦੇ ਡਿਸੀਜਨਸ ਮੇਕਰਸ ਨੇ ਉਹਨਾਂ ਤੱਕ ਪਹੁੰਚਣੀ ਹੈ। ਫਾਈਨੈਂਸ਼ੀਅਲ ਸਟੇਟਮੈਂਟ ਜਿਹੜੀਆਂ ਜਨਰੇਟ ਕੀਤੀਆਂ ਨੇ ਇਨਕਮ ਸਟੇਟਮੈਂਟ ਜਿਹਦੇ ਵਿੱਚ ਪ੍ਰੋਫਿਟ ਐਂਡ ਲਾਸ ਆਉਂਦਾ ਤੇ ਪੋਜੀਸ਼ਨਲ ਸਟੇਟਮੈਂਟ ਜਿਹਦੇ ਵਿੱਚ ਬੈਲੈਂਸ ਸ਼ੀਟ ਆਉਂਦੀ ਹੈ। ਜੇ ਤੁਹਾਨੂੰ ਬੈਲੈਂਸ ਸ਼ੀਟ ਦਾ ਅਦਰ ਨੇਮ ਵੀ ਪੁੱਛਿਆ ਜਾਏ ਤਾਂ ਪੋਜੀਸ਼ਨ ਸਟੇਟਮੈਂਟ ਹੈ। Information made available by these statement can be categorized into the following category। Information पहली क्या relating to profit और surplus। Information relating to financial positions। Information about cash flow। cash flow ਜਿਹੜੀ ਤੁਸੀਂ ਕੀ ਕਰੋਗੇ +2 ਦੇ ਵਿੱਚ ਜਾ ਕੇ ਕਰੋਗੇ। ਹੁਣ ਇਹਦੇ ਵਿੱਚ ਇਨਫੋਰਮੇਸ਼ਨ ਰਿਲੇਟਿੰਗ ਟੂ ਪ੍ਰੋਫਿਟ ਔਰ ਸਰਪਲਸ। ਇਨਕਮ ਸਟੇਟਮੈਂਟ ਕੀ ਕਰਦੀ ਆਪਾਂ ਨੂੰ ਅਕਾਊਂਟਿੰਗ ਇਨਫੋਰਮੇਸ਼ਨ ਜਿਹੜਾ ਪ੍ਰੋਫਿਟ ਅਰਨ ਹੋਇਆ ਜਾਂ ਲਾਸ ਇਨਕਰਡ ਹੋਇਆ ਉਹਦੇ ਬਾਰੇ ਆਪਾਂ ਨੂੰ ਅਕਾਊਂਟਿੰਗ ਪੀਰੀਅਡ ਦੇ ਵਿੱਚ ਪਤਾ ਲੱਗਦਾ। ਅੱਛਾ ਫਰਮ ਪ੍ਰੀਪੇਅਰਸ ਟ੍ਰੇਡਿੰਗ ਅਕਾਊਂਟ ਜਾਂ ਪ੍ਰੋਫਿਟ ਐਂਡ ਲਾਸ। ਠੀਕ ਹੈ ਵਿਚ ਪ੍ਰੋਵਾਈਡਸ ਇਨਫੋਰਮੇਸ਼ਨ ਗ੍ਰੋਸ ਪ੍ਰੋਫਿਟ ਗ੍ਰੋਸ ਲਾਸ ਨੈਟ ਪ੍ਰੋਫਿਟ ਨੈਟ ਲਾਸ ਇਹ ਆਪਾਂ ਨੂੰ ਪਤਾ ਲੱਗਦਾ। ਇਨਫੋਰਮੇਸ਼ਨ ਰਿਲੇਟਿੰਗ ਟੂ ਫਾਈਨੈਂਸ਼ੀਅਲ ਪੋਜੀਸ਼ਨ ਸਟੇਟਮੈਂਟ ਆਪਾਂ ਨੂੰ ਕੀ ਤੋਂ ਪਤਾ ਲੱਗਦੀ ਹੈ ਬੈਲੈਂਸ ਸ਼ੀਟ ਤੋਂ ਇੱਕ ਪਾਰਟੀਕੂਲਰ ਡੇਟ ਦੇ ਉੱਤੇ ਕੀ ਬਣਾਈ ਜਾਂਦੀ ਹੈ ਜਿਵੇਂ 31 ਮਾਰਚ ਨੂੰ ਆਪਾਂ ਨੂੰ ਕੀ ਹੈ ਫਾਈਨੈਂਸ਼ੀਅਲ ਪੋਜੀਸ਼ਨ ਬਣਾਉਂਦੇ ਹਾਂ। ਪੋਜੀਸ਼ਨ ਸਟੇਟਮੈਂਟ ਪ੍ਰੋਵਾਈਡਸ ਇਨਫੋਰਮੇਸ਼ਨ ਅਬਾਊਟ ਦੀ ਐਸੈਟਸ ਕਿੰਨੀਆਂ ਨੇ ਬਿਜ਼ਨਸ ਕੋਡ ਤੇ ਉਹਨੇ ਕਿੰਨਾ ਅਮਾਊਂਟ ਕੀ ਕਰਨਾ ਹੈ ਕੈਸ਼ ਤੇ ਬਾਕੀ ਅਮਾਊਂਟ ਕਿੰਨਾ ਰਿਸੀਵ ਕਰਨਾ ਕਿੰਨੀ ਕੈਸ਼ ਹੈ ਤੇ ਕਿੰਨਾ ਬੈਂਕ ਬੈਲੈਂਸ ਹੈ ਤੇ ਉਹਦੇ ਕੋਲ ਕਿੰਨੀਆਂ ਲਿਬਿਲਟੀਜ਼ ਉਹਨੇ ਪੇ ਕਰਨੀਆਂ ਨੇ ਜਿਹੜੀਆਂ ਕਿ ਆਊਟਸਾਈਡਰਸ ਨੂੰ ਲੋਨ ਕ੍ਰੈਡਿਟਰਸ ਤੇ ਅਮਾਊਂਟਸ ਜਿਹੜਾ ਇਨਸਾਈਡ ਜਿਹੜੇ ਮਤਲਬ ਕੈਪੀਟਲ ਦੇ ਥਰੂ ਸ਼ੇਅਰ ਹੋਲਡਰਸ ਨੂੰ ਪੈਸਾ ਕਿੰਨਾ ਦੇਣਾ। ਇਨਫੋਰਮੇਸ਼ਨਸ ਅਬਾਊਟ ਕੈਸ਼ ਫਲੋ। ਕੈਸ਼ ਫਲੋ ਸਟੇਟਮੈਂਟ ਕੀ ਹੈ ਉਹ ਸਟੇਟਮੈਂਟ ਹੈ ਜਿਹੜੀ ਸ਼ੋਜ਼ ਕਰਦੀ ਹੈ ਕਿੰਨਾ ਕੈਸ਼ ਆਇਆ ਤੇ ਕਿੰਨਾ ਗਿਆ। कैश इनफ्लो तो कैश आउटफ्लो ड्यूरिंग है ना अकाउंटिंग स्पेसिफाई। इट इज़ अ मीन्स ऑफ यूज मैनी डिसीजनस जैसे पेमेंट ऑफ लिबिलिटीज़ पेमेंट ऑफ डिविडेंड एक्सपेंशनस ऑफ बिजनेस ये सारियाँ कितना अपने को कैश की अवेलेबिलिटी है। नैक्सट है जो क्वालिटेटिव करैक्टर्स ऑफ अकाउंटिंग इनफॉर्मेशन। क्वालिटेटिव करैक्टर्स की है एट्रीब्यूट्स है जोड़े मेक की करते हैं अकाउंटिंग इनफॉर्मेशन यूजफुल यूज करते हैं। पहला की है रेलीवेबिलिटी। अकाउंटिंग इनफॉर्मेशन मस्ट बी रेलीवेबल। रेलीवेबिलिटी इनफॉर्मेशन मीन इट इज़ वेरीफाइएबल फ्री फ्रॉम जड़ियाँ कोई भी अफवाह ने या मटीरियल एरर हो तो फ्री होनी चाहिए है। रेलीवेंस अकाउंटिंग इनफॉर्मेशन मस्ट भी रेलीवेंट जोड़े वो यूजर्स हैं उन्होंने रेलीवेंट होनी फिर इनफॉर्मेशन इज रेलीवेंट इफ मीट्स दी नीड्स ऑफ द यूजर्स एंड डिसीजन मेकिंग। अंडरस्टैंडेबिलिटी। अंडरस्टैंडेबिलिटी मीनस इनफॉर्मेशन जी प्रोवाइड है फाइनैंशियल स्टेटमेंट की है मस्ट भी प्रेजेंट इन मैनर होनी चाहिए कि हर एक को अंडरस्टैंड कर सके। कंपैरेटिबिलिटी। कंपेरेबिलिटी मीन्स दैट द यूजर शुड बी एबल टू कंपेयर द अकाउंटिंग इनफॉर्मेशनस की है एक पीरियड दी एक की है उस पीरियड एक पीरियड का दूसरे पीरियड के नाल एक जिवें 1 साल का आप पिछले साल नाल कंपैरिजन करिए उन्होंने इंट्रा फार्म कंपैरिजन है एक फार्म का दूजे फार्म नाल करिए ठीक है तो उन्होंने की कहने हैं इंटर फार्म कंपैरिजन। हुण यूजर्स ऑफ किहड़े ने अकाउंटिंग इनफॉर्मेशनस दे पहले हो गए इंटरनल यूजर्स। इंटरनल यूजर दे विच की है ओनर्स की करते हैं कंपनी नूं कैपिटल कंट्रीब्यूट करते हैं पैसा देंदे ने ते रिस्क बेयर करते हैं इस करके इंटरस्टिड होंदे आ कंपनी ने प्रॉफिट अर्न किया जां लॉस इनकर्ड किया भी सेफ्टी उन्होंने कैपिटल जिहड़ी लगाई है वो सेफ्टी है
ਤੇ ਫਾਈਨੈਂਸ਼ੀਅਲ ਸਟੇਟਮੈਂਟ ਕੀ ਕਰਦੇ ਨੇ, ਉਹਨਾਂ ਨੂੰ ਇਨਫੋਰਮੇਸ਼ਨਸ ਦਿੰਦੀਆਂ ਨੇ ਪ੍ਰੋਫਿਟ ਐਂਡ ਲਾਸ ਦੀ ਤੇ ਫਾਈਨੈਂਸ਼ੀਅਲ ਪੋਜੀਸ਼ਨ ਆਫ ਦੀ ਬਿਜ਼ਨਸ। ਮੈਨੇਜਮੈਂਟ ਕੀ ਕਰਦੀ ਹੈ, ਮੇਕ ਐਕਸਟੈਂਸ਼ਨ, ਕਿਉਂਕਿ ਮੈਨੇਜਮੈਂਟ ਨੇ ਕੀ ਆ ਸਾਰੇ ਡਿਸੀਜਨਸ ਲੈਣੇ ਹੁੰਦੇ ਆ ਵੀ ਪ੍ਰਾਈਸ ਉਹਨਾਂ ਨੇ ਕੀ ਫਿਕਸ ਕਰਨੇ ਆ, ਕੋਸਟ ਕੰਟਰੋਲ ਰਿਡਕਸ਼ਨਸ ਕਿਸ ਤਰ੍ਹਾਂ ਆਉਣੀਆਂ ਨੇ ਤੇ ਨਿਊ ਜਿਹੜੇ ਪ੍ਰੋਜੈਕਟ ਨੇ ਉਹ ਕਿਸ ਤਰ੍ਹਾਂ ਇਨਵੈਸਟ ਕਰ ਰਹੇ ਆ। ਇੰਪਲਾਈਜ਼ ਐਂਡ ਵਰਕਰਸ, ਇੰਪਲਾਈਜ਼ ਤੇ ਵਰਕਰਸ ਕੀ ਹੁੰਦੇ ਆ, ਉਹਨਾਂ ਨੂੰ ਇਹ ਹੁੰਦਾ ਵੀ ਜੇ ਕੀ ਆ ਪ੍ਰੋਫਿਟ ਹੋਣਗੇ ਫਰਮ ਨੂੰ ਤਾਂ ਕੀ ਕਰੋ ਫਾਈਨੈਂਸ਼ੀਅਲ ਪੋਜੀਸ਼ਨਸ ਵਧੀਆ ਹੋਏਗੀ, ਤਾਂ ਉਹਨਾਂ ਨੂੰ ਕੀ ਆ ਵਧੀਆ ਬੋਨਸ ਮਿਲਣਗੇ, ਵਧੀਆ ਸੈਲਰੀ ਮਿਲੂਗੀ, ਤਾਂ ਉਹ ਕੀ ਕਰਦੇ ਨੇ ਉਹਨਾਂ ਦਾ ਇੰਪਲਾਈ ਜਿਹੜਾ ਪ੍ਰੋਵੀਡੈਂਟ ਫੰਡ ਉਹ ਵਧੀਆ ਉਹਨਾਂ ਨੂੰ ਸਕੀਮ ਮਿਲੂ, ਇੰਪਲਾਈ ਸਟੇਟ ਇੰਸ਼ੋਰੈਂਸ ਉਹ ਸਾਰੀਆਂ ਸਕੀਮਾਂ ਉਹਨਾਂ ਨੂੰ ਮਿਲਣਗੀਆਂ। ਸਿਸਟਮ ਆਫ ਅਕਾਊਂਟਿੰਗ ਜਿਹਦੇ ਵਿੱਚ 2 ਸਿਸਟਮ ਹੁੰਦੇ ਆ ਰਿਕਾਰਡਿੰਗ ਟ੍ਰਾਂਜੈਕਸ਼ਨ ਦੇ, ਇੱਕ ਡਬਲ ਐਂਟਰੀ ਸਿਸਟਮ, ਦੂਸਰਾ ਸਿੰਗਲ ਐਂਟਰੀ ਸਿਸਟਮ। ਡਬਲ ਐਂਟਰੀ ਸਿਸਟਮ ਦੇ ਵਿੱਚ ਕੀ ਹੈ, ਜਿਹੜੀ ਸਿਸਟਮ ਆਫ ਅਕਾਊਂਟਿੰਗ ਹੈ ਇਹ ਕੀ ਰੈਕੋਗਨਾਈਜ਼ ਕਰਦਾ ਤੇ ਰਿਕਾਰਡ ਕਰਦਾ 2 ਐਸਪੈਕਟ ਨੂੰ, ਜਿਹਦੇ ਉੱਤੇ ਇੱਕ ਕੀ ਹੁੰਦਾ ਡੈਬਿਟ ਹੁੰਦਾ, ਇੱਕ ਕੀ ਹੁੰਦਾ ਕ੍ਰੈਡਿਟ ਹੁੰਦਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦਾ। ਐਟ ਦੀ ਟਾਈਮ ਆਫ ਰਿਕਾਰਡਿੰਗ ਟ੍ਰਾਂਜੈਕਸ਼ਨ 1 ਐਸਪੈਕਟ ਆਫ ਰਿਕਾਰਡ ਕੀ ਹੈ, ਇੱਕ ਡੈਬਿਟ ਸਾਈਡ ਤੇ ਹੋਏਗਾ, ਦੂਸਰਾ ਕੀ ਹੋਏਗਾ ਕ੍ਰੈਡਿਟ ਸਾਈਡ ਤੇ ਹੋਏਗਾ। ਫਾਰ ਐਗਜ਼ਾਮਪਲ ਜਦੋਂ ਗੁਡਸ ਪਰਚੇਜ਼ ਕਰਦੇ ਹਾਂ ਕੈਸ਼ ਦੇ ਵਿੱਚ, ਤਾਂ ਗੁਡਸ ਆਪਣੇ ਕੋਲ ਕੀ ਆਉਣਗੀਆਂ, ਉਹਦੇ ਬਦਲੇ 'ਚ ਆਪਾਂ ਕੀ ਕਰਾਂਗੇ ਕੈਸ਼ ਪੇ ਕਰਾਂਗੇ। ਇਸ ਤਰ੍ਹਾਂ ਹੀ ਹਰ ਇੱਕ ਚੀਜ਼ ਦੇ 2 ਐਸਪੈਕਟ ਹੁੰਦੇ ਆ, ਇੱਕ ਤੁਸੀਂ ਕੀ ਕਰੋਗੇ ਰਿਸੀਵ ਕਰੋਗੇ, ਇੱਕ ਉਹਦੇ ਬਦਲੇ 'ਚ ਪੇ ਕਰੋਗੇ। ਇਸੇ ਤਰ੍ਹਾਂ 2 ਐਸਪੈਕਟਸ ਆਰ ਇਨਵੋਲਵ ਰਿਸੀਵਿੰਗ ਗੁਡਸ ਐਂਡ ਪੇਇੰਗ ਕੈਸ਼। ਅੰਡਰ ਦਾ ਡਬਲ ਐਂਟਰੀ ਸਿਸਟਮ ਬੋਥ ਦੀਜ਼ ਐਸਪੈਕਟਸ ਆਰ ਰਿਕਾਰਡ। ਇਹਨੂੰ ਕੀ ਕਹਿੰਦੇ ਆਪਾਂ ਡੂਅਲ ਐਸਪੈਕਟ ਕੰਸੈਪਟ, ਮਤਲਬ ਇੱਕ ਚੀਜ਼ ਆਏਗੀ ਆਪਣੇ ਕੋਲ, ਇੱਕ ਚੀਜ਼ ਜਾਏਗੀ। ਡੂਅਲ ਐਸਪੈਕਟ ਕਹਿੰਦੇ ਹਨ ਯੂਨੀਵਰਸਲੀ ਅਪਲਾਈਡ ਇਨ ਅਕਾਊਂਟਿੰਗ। ਮੋਸਟਲੀ ਕੀ ਹੈ ਜਿਹੜੀ ਇਹ ਸਿਸਟਮ ਆ ਅਕਾਊਂਟਸ ਦਾ ਡਬਲ ਐਂਟਰੀ ਸਿਸਟਮ ਫੋਲੋ ਕੀਤਾ ਜਾਂਦਾ। ਫੀਚਰਸ ਆਫ ਡਬਲ ਐਂਟਰੀ ਸਿਸਟਮ, ਕੰਪਲੀਟ ਰਿਕਾਰਡ ਹਰ ਇੱਕ ਟ੍ਰਾਂਜੈਕਸ਼ਨ ਦੇ ਰੱਖਦਾ ਹੈ, ਰੈਕੋਨ 2-fold ਐਸਪੈਕਟ ਆਫ ਹਰ ਇੱਕ ਟ੍ਰਾਂਜੈਕਸ਼ਨ ਦੇ ਐਸਪੈਕਟ ਆਫ ਰਿਸੀਵਿੰਗ ਵੈਲਿਊ ਐਂਡ ਤੇ ਐਸਪੈਕਟ ਆਫ ਗਿਵਿੰਗ, ਕੀ ਰਿਸੀਵ ਕੀਤਾ ਤੇ ਕੀ ਪੇ ਕੀਤਾ ਉਹ ਹੁੰਦਾ। ਇਨ ਦਿਸ ਸਿਸਟਮ 1 ਐਸਪੈਕਟ ਇਜ਼ ਡੈਬਿਟਡ ਐਂਡ ਅਦਰ ਐਸਪੈਕਟ ਇਜ਼ ਕ੍ਰੈਡਿਟਡ। ਰੂਲਸ ਆਫ ਡੈਬਿਟ ਤੇ ਕ੍ਰੈਡਿਟ ਦੇ ਫੋਲੋ ਕਰਦੇ ਹੋਏ ਇੱਕ ਐਸਪੈਕਟ ਡੈਬਿਟ ਕੀਤਾ ਜਾਂਦਾ, ਦੂਸਰਾ ਕੀ ਕੀਤਾ ਜਾਂਦਾ ਕ੍ਰੈਡਿਟ ਕੀਤਾ ਜਾਂਦਾ। ਇਸ ਕਰਕੇ 1 ਐਸਪੈਕਟ ਟ੍ਰਾਂਜੈਕਸ਼ਨ ਕੀ ਕਰਦੇ ਹਾਂ ਆਪਾਂ ਡੈਬਿਟ ਕਰਦੇ ਹਾਂ, ਦੂਜੇ ਨੂੰ ਕੀ ਕਰਦੇ ਹਾਂ ਕ੍ਰੈਡਿਟ ਕਰਦੇ ਹਾਂ। ਟੋਟਲ ਜਿਹੜੀਆਂ ਜਿੰਨਾ ਡੈਬਿਟ ਹੋਣਗੀਆਂ ਐਂਟਰੀਜ਼ ਉਨੀਆਂ ਹੀ ਕੀ ਹੋਣਗੀਆਂ ਕ੍ਰੈਡਿਟ ਹੋਣਗੀਆਂ। ਕ੍ਰੈਡਿਟ ਦਾ ਜਿਹੜਾ ਟੋਟਲ ਹੈ ਉਹ ਕੀ ਹੋਊਗਾ ਡੈਬਿਟ ਸਾਈਡ ਦੇ ਬਰਾਬਰ ਹੋਏਗਾ। ਐਸਟੈਬਲਿਸ਼ ਅਰਥਮੈਟਿਕਲੀ ਜਿਹੜੀ ਐਕੂਰੇਸੀ ਹੈ ਟ੍ਰਾਇਲ ਬੈਲੈਂਸ ਦੀ ਉਹ ਡਬਲ ਐਂਟਰੀ ਸਿਸਟਮ ਤੋਂ ਫੋਲੋ ਕੀਤੀ ਜਾਂਦੀ ਹੈ। ਸਟੇਜਸ ਆਫ ਡਬਲ ਐਂਟਰੀ ਸਿਸਟਮ, ਕੰਪਲੀਟ ਸਿਸਟਮ ਆਫ ਡਬਲ ਐਂਟਰੀ ਸਿਸਟਮ, ਜਿਵੇਂ ਕਿ ਸਟੇਜ ਰਿਕਾਰਡਿੰਗ ਦਾ ਟ੍ਰਾਂਜੈਕਸ਼ਨ ਇਨ ਦਾ ਜਰਨਲ, ਇਹ ਕਲਾਸੀਫਾਈਡ ਟ੍ਰਾਂਜੈਕਸ਼ਨ ਦਾ ਜਰਨਲ, ਪੋਸਟਿੰਗ ਦੈਮ ਇਨਟੂ ਲੈਜਰਸ, ਐਪਰੇਟ ਅਕਾਊਂਟ ਦੇ ਵਿੱਚ ਤੇ ਟ੍ਰਾਇਲ ਬੈਲੈਂਸ ਕਰਨਾ, ਫਿਰ ਬੁੱਕਸ ਆਫ ਅਕਾਊਂਟ ਕਲੋਜ਼ ਕਰਨੀਆਂ ਤੇ ਫਾਈਨਲ ਅਕਾਊਂਟਸ ਤਿਆਰ ਕਰਨਾ। ਹੁਣ ਐਡਵਾਂਟੇਜ ਆਫ ਡਬਲ ਐਂਟਰੀ ਸਿਸਟਮ ਦਾ ਕੀ ਹੈ, ਪਹਿਲਾ ਕੀ ਹੈ ਸਾਇੰਟੀਫਿਕ ਸਿਸਟਮ। ਡਬਲ ਐਂਟਰੀ ਸਿਸਟਮ ਆ ਜਿਹੜਾ ਸਾਇੰਟੀਫਿਕ ਸਿਸਟਮ ਆਫ ਰਿਕਾਰਡਿੰਗ ਬਿਜ਼ਨਸ ਟ੍ਰਾਂਜੈਕਸ਼ਨ ਹੈ ਐਜ਼ ਕੰਪੇਅਰ ਟੂ ਸਿੰਗਲ ਐਂਟਰੀ ਸਿਸਟਮ, ਕਿਉਂਕਿ ਸਿੰਗਲ ਐਂਟਰੀ ਸਿਸਟਮ ਜਿਹੜਾ ਕੀ ਹੈ ਕੰਪਲੀਟ ਰਿਕਾਰਡ ਨਹੀਂ ਹੁੰਦਾ। ਜਿਹੜਾ ਡਬਲ ਐਂਟਰੀ ਸਿਸਟਮ ਹੈ ਸਾਰੇ ਸਾਇੰਟੀਫਿਕ ਮੈਥਡ ਦੇ ਮੁਤਾਬਕ ਕੀਤਾ ਜਾਂਦਾ ਅਤੇ ਇਹ ਸਾਰੀਆਂ ਕੀ ਆਬਜੈਕਟਸ ਆ ਅਕਾਊਂਟ ਦੀਆਂ, ਪ੍ਰਿੰਸੀਪਲ ਆਬਜੈਕਟਸ ਜਿਹੜੇ ਅਕਾਊਂਟਸ ਦੇ ਅਤੇ ਕਨਵੈਨਸ਼ਨਸ ਆ ਸਾਰੀਆਂ ਫੋਲੋ ਕੀਤੇ ਜਾਂਦੀਆਂ ਨੇ। ਕੰਪਲੀਟ ਰਿਕਾਰਡ ਆਫ ਟ੍ਰਾਂਜੈਕਸ਼ਨ, ਇਸ ਸਿਸਟਮ ਦੇ ਵਿੱਚ ਦੋਨੇ ਸਾਈਡਾਂ ਦੇ ਰਿਕਾਰਡ ਕੀਤੇ ਜਾਂਦੇ ਆਪਾਂ ਲੈਂਦੇ ਹਾਂ, ਇੱਕ ਜਿਹੜੀ ਆਈ ਹੈ ਚੀਜ਼, ਇੱਕ ਜਿਹੜੀ ਗਈ ਹੈ। ਇਸ ਕਰਕੇ ਕੰਪਲੀਟ ਰਿਕਾਰਡ ਆ ਅਤੇ ਰਿਜ਼ਲਟਸ ਕੀ ਕਰਦਾ ਕਰੈਕਟ ਇਨਕਮ ਅਤੇ ਲੋਸ ਐਸਟਸ ਅਤੇ ਲਾਇਬਿਲਟੀਜ਼ ਸ਼ੋਅ ਕਰਦਾ। ਅਰਥਮੈਟੀਕਲੀ ਐਕੂਰੇਸੀ ਆਫ ਅਕਾਊਂਟਸ ਕੀ ਕੀਤੇ ਜਾਂਦੇ ਛੋੜ ਕੀਤੇ ਜਾਂਦੇ ਨੇ। ਇਸ ਯੂਜ਼ ਆਫ ਇਹ ਸਿਸਟਮ ਅਰਥਮੈਟੀਕਲ ਐਕੂਰੇਸੀ, ਕਿਉਂਕਿ ਜਿੰਨਾ ਡੈਬਿਟ ਹੋਊਗਾ ਉਨਾ ਹੀ ਕ੍ਰੈਡਿਟ ਹੋਊਗਾ, ਦੋਨੇ ਸਾਈਡਾਂ ਕੀ ਹੋਣਗੀਆਂ ਬਰਾਬਰ ਹੋਣਗੀਆਂ, ਇਸ ਕਰਕੇ ਇਹਦੀ ਅਰਥਮੈਟੀਕਲ ਐਕੂਰੇਸੀ ਵੀ ਦੇਖੀ ਜਾਂਦੀ ਹੈ। ਪ੍ਰੋਫਿਟ ਡਿਟਰਮਿੰਗ ਪ੍ਰੋਫਿਟ ਔਨ ਲੋਸ, ਪ੍ਰੋਫਿਟ ਐਂਡ ਜਾਂ ਲੋਸ ਇਨਕਰਡ ਡੂਰਿੰਗ ਏ ਪੀਰੀਅਡ, ਕਿਸ ਤੋਂ ਤਿਆਰ ਦੇਖਦੇ ਹਾਂ ਆਪਾਂ ਪ੍ਰੋਫਿਟ ਐਂਡ ਲੋਸ ਤੋਂ ਵੀ ਆਪਾਂ ਨੂੰ ਪ੍ਰੋਫਿਟ ਹੋਇਆ ਜਾਂ ਲੋਸ ਹੋਇਆ। ਅਸਰਟਨਿੰਗ ਫਾਈਨੈਂਸ਼ੀਅਲ ਪੋਜੀਸ਼ਨ, ਫਾਈਨੈਂਸ਼ੀਅਲ ਪੋਜੀਸ਼ਨ ਆਫ ਦੀ ਫਰਮ ਔਰ ਇੰਸਟੀਟਿਊਸ਼ਨਸ ਅਸਰਟਨ ਕੀਤੀ ਜਾਂਦੀ ਹੈ ਐਂਡ ਆਫ ਹਰ ਇੱਕ ਪੀਰੀਅਡ ਦੇ ਵਿੱਚ ਬੈਲੈਂਸ ਸ਼ੀਟ ਪ੍ਰਪੇਅਰ ਕਰਕੇ। ਡਿਟੇਲਸ ਫਾਰ ਪਰਪਜ਼ ਆਫ ਕੰਟਰੋਲ, ਇਹ ਜਿਹੜਾ ਸਿਸਟਮ ਆ ਪਰਮਿਟਸ ਕਰਦਾ ਅਕਾਊਂਟਸ ਨੂੰ ਮੇਨਟੇਨ ਕਰਨਾ, ਇਸ ਤਰ੍ਹਾਂ ਡਿਟੇਲ ਦੇ ਵਿੱਚ ਵੀ ਨਸੈਸਰੀ ਅਤੇ ਜਿਹੜਾ ਕੀ ਹੈ ਸਿਗਨੀਫਿਕੈਂਟ ਇਨਫੋਰਮੇਸ਼ਨ ਹੈ ਕੰਟਰੋਲ ਦੀ ਆਪਾਂ ਨੂੰ ਕੀ ਹੈ ਪ੍ਰੋਪਰ ਪਤਾ ਲੱਗ ਜੇ ਵੀ ਐਸਟਸ ਪ੍ਰੋਪਰਲੀ ਆਪਾਂ ਯੂਜ਼ ਕੀਤੀਆਂ ਨੇ, ਵੇਸਟੇਜ ਤਾਂ ਨਹੀਂ ਹੋ ਰਹੀ, ਉਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਪਤਾ ਲੱਗਦਾ। ਨੈਕਸਟ ਆ ਜੋ ਕੰਪੈਰੀਟਿਵ ਸਟੱਡੀ ਪੋਸੀਬਲ ਹੈ।
ਇਹਦੇ ਵਿੱਚ ਜਿਹੜੇ 1 ਸਾਲ ਦੇ ਰਿਜ਼ਲਟਸ ਨੇ ਜਿਹੜੇ ਦੂਸਰੇ ਸਾਲ ਦੇ ਪ੍ਰੀਵੀਅਸ ਈਅਰ ਦੇ ਆਪਾਂ ਕੀ ਕਰ ਸਕਦੇ ਹਾਂ, ਚੇਂਜ ਉਸ ਵਿੱਚ ਕੰਪੇਅਰ ਕਰ ਸਕਦੇ ਹਾਂ ਤੇ ਦੇਖ ਸਕਦੇ ਹਾਂ ਵੀ ਕਿਹੜੇ ਕਿੱਥੋਂ ਕੀ ਆਪਣੇ ਕਿੱਥੋਂ ਪ੍ਰੋਫਿਟ ਘਟਿਆ ਜਾਂ ਕੋਸਟ ਵਧੀਆਂ ਨੇ, ਕਿਉਂ ਵਧੀਆਂ ਨੇ, ਇਹ ਸਾਰੇ ਰੀਜਨਸ ਕਿਉਂ ਚੇਂਜਸ ਆਈਆਂ ਨੇ ਆਪਾਂ ਦੇਖ ਸਕਦੇ ਹਾਂ। ਹੈਲਪਸ ਮੇਨਟੇਨ ਮੈਨੇਜਮੈਂਟ ਐਂਡ ਡਿਸੀਜਨ ਮੇਕਿੰਗ। ਮੈਨੇਜਮੈਂਟ ਕੀ ਹੈ, ਏਬਲ ਅਬਟੇਨ ਗੁੱਡ ਇਨਫੋਰਮੇਸ਼ਨ ਵਰਕ ਦੇ ਲਈ, ਸਪੈਸ਼ਲ ਡਿਸੀਜਨਸ ਮੇਕਿੰਗ ਦੇ ਲਈ। ਡਿਟੈਕਸ਼ਨਸ ਆਫ ਫਰੋਡਸ ਤੇ ਮਿਸਐਪਰੋਪ੍ਰੀਏਸ਼ਨ, ਕਿਉਂਕਿ ਡਬਲ ਐਂਟਰੀ ਸਿਸਟਮ ਫੋਲੋ ਕੀਤਾ ਜਾਂਦਾ, ਇਸ ਕਰਕੇ ਜਿਹੜੀਆਂ ਫਰੋਡਸ ਹੁੰਦੇ ਨੇ ਜਾਂ ਮਿਸਐਪਰੋਪ੍ਰੀਏਸ਼ਨਸ ਉਹ ਘੱਟ ਤੋਂ ਘੱਟ ਹੁੰਦੀਆਂ ਨੇ, ਕਿਉਂਕਿ ਆਪਣੇ ਕੋਲ ਸਾਰੀਆਂ ਐਸੈਟਸ ਤੇ ਲਾਇਬਿਲਿਟੀ ਦਾ ਕੰਪਲੀਟ ਰਿਕਾਰਡ ਹੁੰਦਾ। ਇਸ ਕਰਕੇ ਇਹਨਾਂ ਦੇ ਐਡਵਾਂਟੇਜ ਕਰਕੇ ਡਬਲ ਐਂਟਰੀ ਸਿਸਟਮ ਕੀ ਹੈ, ਮੋਸਟਲੀ ਫੋਲੋ ਕੀਤਾ ਜਾਂਦਾ ਹਰ ਇੱਕ ਜਗ੍ਹਾ ਤੇ। ਅਕਾਊਂਟਸ ਫਰੋਮ ਇਨਕੰਪਲੀਟ ਰਿਕਾਰਡ ਜਾਂ ਸਿੰਗਲ ਐਂਟਰੀ ਸਿਸਟਮ। ਸਿੰਗਲ ਐਂਟਰੀ ਸਿਸਟਮ ਜਿਹੜਾ ਹੈਗਾ ਰਿਕਾਰਡਸ ਟ੍ਰਾਂਜੈਕਸ਼ਨ ਦਾ, ਬੁੱਕਸ ਆਫ ਅਕਾਊਂਟਸ ਕੀ ਹੈ, ਇਨਕੰਪਲੀਟ ਰਿਕਾਰਡ ਵੀ ਆਪਾਂ ਨੂੰ ਇਹਨੂੰ ਕਹਿੰਦੇ ਆ, ਕਿਉਂਕਿ ਇਹਦੇ ਵਿੱਚ ਸਾਰੀਆਂ ਟ੍ਰਾਂਜੈਕਸ਼ਨ ਹੀ ਲਈਆਂ ਜਾਂਦੀਆਂ। ਸਾਰੀਆਂ ਟ੍ਰਾਂਜੈਕਸ਼ਨ ਡਬਲ ਐਂਟਰੀ ਬੇਸ ਤੇ ਨਹੀਂ ਹੁੰਦੀਆਂ, ਇਸ ਕਰਕੇ ਕੁਝ ਟ੍ਰਾਂਜੈਕਸ਼ਨ ਨੂੰ ਕੀ ਹੈ ਲਿਆ ਜਾਂਦਾ, ਕੁਝ ਨੂੰ ਛੱਡਿਆ ਜਾਂਦਾ। ਠੀਕ ਹੈ ਜੀ। ਇੰਸਟੈਡ ਆਫ ਮੇਨਟੇਨ ਆਲ ਦੇ ਅਕਾਊਂਟ ਓਨਲੀ ਪਰਸਨਲ ਅਕਾਊਂਟਸ ਮੇਨਟੇਨ ਕੀਤੇ ਜਾਂਦੇ ਆ ਤੇ ਕੈਸ਼ ਬੁੱਕ ਦੇ ਅਕਾਊਂਟਸ ਕੀ ਹੈ ਮੇਨਟੇਨ ਕੀਤੇ ਜਾਂਦੇ ਆ। ਬਾਕੀ ਕੀ ਹੈ ਸਾਰੇ ਅਕਾਊਂਟਸ ਛੱਡੇ ਜਾਂਦੇ। ਅਕਾਊਂਟਸ ਮੇਨਟੇਨ ਦਾ ਸਿਸਟਮ ਕੀ ਹੈ, ਇਨਕੰਪਲੀਟ ਹੁੰਦਾ, ਅਨਸਾਇੰਟਿਫਿਕ ਹੁੰਦਾ, ਅਨਸਿਸਟਮੈਟਿਕ ਹੁੰਦਾ ਤੇ ਪ੍ਰੋਪਰਲੀ ਇਹ ਯੂਜ਼ ਵੀ ਨਹੀਂ, ਮਤਲਬ ਛੋਟੀਆਂ ਫਰਮਾਂ ਨੇ ਉਹ ਯੂਜ਼ ਕਰਦੀਆਂ ਨੇ, ਸਾਰੇ ਵੱਡੀਆਂ ਫਰਮਾਂ ਇਹਨਾਂ ਨੂੰ ਯੂਜ਼ ਨਹੀਂ ਕਰ ਸਕਦੀਆਂ। ਇਹਨੂੰ ਵੈਰੀਫਾਈ ਵੀ ਨਹੀਂ ਆਪਾਂ ਕਰ ਸਕਦੇ, ਇਹ ਐਜ਼ ਏ ਪ੍ਰੂਫ ਵੀ ਨਹੀਂ ਹੁੰਦਾ, ਡਾਕੂਮੈਂਟ ਪ੍ਰੂਫ। ਆਲ ਟ੍ਰਾਂਜੈਕਸ਼ਨ ਨਾਟ ਰਿਕਾਰਡ ਅੰਡਰ ਦ ਸਿਸਟਮ ਇਸ, ਠੀਕ ਹੈ। ਤੇ ਇਸ ਕਰਕੇ ਇਹਦਾ ਜਿਹੜਾ ਟ੍ਰਾਇਲ ਬੈਲੈਂਸ ਆ ਉਹ ਵੀ ਨਹੀਂ ਮਿਲੇਗਾ ਤੇ ਪ੍ਰੋਫਿਟ ਐਂਡ ਲੋਸ ਤੇ ਬੈਲੈਂਸ ਸ਼ੀਟ ਜਿਹੜੀ ਆਪਾਂ ਪ੍ਰਪੇਅਰ ਕਰਾਂਗੇ ਉਹ ਵੀ ਪ੍ਰੋਪਰਲੀ ਨਹੀਂ ਪ੍ਰਪੇਅਰ ਹੋਏਗੀ। ਤੁਹਾਡਾ ਇਹ ਲੈਸਨ ਕੰਪਲੀਟ ਹੁਣ ਇਸ ਲੈਸਨ ਦੀ ਤੁਸੀਂ ਰਿਵੀਜ਼ਨ ਕਰਿਓ।